सारे जग तो शान उची सुची तेरे दरबार दी इथों मिलते नवाणियां नूं माने तेरी बाणी बाबा दुखड़े नवादी इथों मिलते नवाणियां नूं माने तेरी बाणी बाबा दुखड़े नवादी।
हो पहला मन जीत फिर बनती प्रीत है, कहे रणजीत दी बेअर्पण प्रीत है। हो पहला मन जीत फिर बनती प्रीत है, कहे रणजीत दी बेअर्पण प्रीत है। कड़का जलग गुरां जी दे चरनी, तैनू पारस कलम है पुकारदी, इथों मिलदे नमाणियां नूं माने, तेरी बाणी बाबा दुखड़े नवारदी, इथों मिलदे नमाणियां नूं माने, तेरी बाणी बाबा दुखड़े नवारदी, इथों मिलदे नमाणियां नूं माने, तेरी बाणी बाबा दुखड़े नवारदी। ਦਸਾਂ ਗੁਰੂਆਂ ਦਾ ਇਹ ਸਰੂਪ ਜਾਣੋ, ਲਿਖੀ ਹੱਥਾਂ ਦੇ ਨਾਲ ਮਹਾਰਾਜ ਬਾਣੀ, ਨੁਕਤਾ ਦੂਈ ਦਵੈਤ ਦਾ ਨਹੀਂ ਪਾਇਆ, ਪੜ ਸਕਦਾ ਏ ਮੁਹਤਾਜ ਬਾਣੀ, ਜਿਹਦਾ ਕਿਤੋਂ ਸਵਾਲ ਨਾ ਹੋਏ ਪੂਰਾ, ਸ਼ਰਨ ਪਿਆਂ ਦੀ ਰੱਖਦੀ ਲਾਜ ਬਾਣੀ, ਧੰਨੇ ਵਾਂਗ ਜੇ ਰੱਖੀਏ ਸਿਦਕ ਪੂਰਾ, ਤੇ ਧੰਨੇ ਵਾਂਗ ਸਵਾਰ ਦੀ ਕਾਜ ਬਾਣੀ। ਜਿਹੜਾ ਇਸ ਨੂੰ ਸ਼ਰਧਾ ਦੇ ਨਾਲ ਪੂਜੇ, ਕਿਹਨੂੰ? ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ। ਜਿਹੜਾ ਇਹਨਾਂ ਨੂੰ ਸ਼ਰਧਾ ਦੇ ਨਾਲ ਪੂਜੇ, ਦਿਨ ਦੀ ਲੱਖਾਂ ਦਾ ਅੱਗੋਂ ਵਿਆਜ ਬਾਣੀ, ਮੋੜ ਸਿੰਘਾ ਉਸ ਕੌਮ ਨੂੰ ਖੁਸ਼ੀ ਕਿੰਨੀ, ਅਰਸ਼ ਫਰਸ਼ ਦਾ ਮਿਲ ਗਿਆ ਤਾਜ ਬਾਣੀ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤੇ ਸਜੇਵਡ ਅਵਰ ਨਾ ਕੋ। ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸ੍ਰਿਸ਼ਟੀ ਦੇ ਗਿਆਨ ਦਾਤਾ ਜੁਗੋ ਜੋਗੀ ਅਟਲ ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੋਦ ਅੰਦਰ ਸਾਰੀ ਸੰਗਤ ਦੀ ਹਾਜ਼ਰੀ ਲੱਗ ਰਹੀ ਹੈ। ਦਾਸਾਂ ਦੀ ਹਾਜ਼ਰੀ ਵੀ ਪ੍ਰਵਾਨ ਹੋ ਸਕੇ, ਇੱਕ ਵਾਰ ਕਿਰਪਾ ਕਰੋ, ਦੋਵੇਂ ਹੱਥ ਜੋੜੋ ਤੇ ਸੀਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਝੁਕਾਓ। ਮੇਰੀਆਂ ਭੈਣਾਂ ਮਾਤਾਵਾਂ ਵੀਰ ਤੇ ਬਜ਼ੁਰਗ, ਔਰ ਗੱਜ ਵੱਜ ਕੇ ਚੜ੍ਹਦੀ ਕਲਾ ਵਿੱਚ ਫਤਿਹ ਦਾ ਉੱਤਰ ਬਖਸ਼ਿਸ਼ ਕਰਦੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ, ਕੌਮ ਦੇ ਸ਼ਹੀਦਾਂ ਦੇ ਪਵਿੱਤਰ ਨਾਮ ਉੱਤੇ ਇਹ ਮਹਾਨ ਤੀਰਥ ਹੈ, ਔਰ ਸੇਵਾ ਕਰਵਾ ਰਹੇ ਨੇ ਬਾਬਾ ਬਚਨ ਸਿੰਘ ਸਾਹਿਬ ਜੀ ਦਿੱਲੀ ਵਾਲੇ ਮਹਾਂਪੁਰਖਾਂ ਤੋਂ। ਬਾਬਾ ਮਹਿੰਦਰ ਸਿੰਘ ਸਾਹਿਬ ਜੀ ਅਤੀ ਸਤਿਕਾਰਯੋਗ ਇਸ ਪੜਾਅ ਉੱਤੇ ਸੇਵਾ ਨਿਭਾ ਰਹੇ। ਕਾਰ ਸੇਵਾ ਦੇ ਪੁੰਜ ਸੰਤ ਬਾਬਾ ਜੋਗਾ ਸਿੰਘ ਸਾਹਿਬ ਜੀ, ਤੁਹਾਡੇ ਸਹਿਯੋਗ ਦੇ ਨਾਲ ਇਹ ਮਹਾਨ ਪਵਿੱਤਰ ਸਮਾਗਮ ਰਚ ਕੇ ਗੁਰੂ ਕੀ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਨਾਲ ਜੋੜ ਰਹੇ ਆ। ਆਓ ਇੱਕ ਜਕਾਰਾ ਸ਼ੁਰੂ ਵਿੱਚ ਮਹਾਂਪੁਰਖਾਂ ਦੀ ਚੜ੍ਹਦੀ ਕਲਾ ਲਈ ਤੇ ਸੰਗਤ ਦੀ ਚੜ੍ਹਦੀ ਕਲਾ ਲਈ, ਇਲਾਕੇ ਦੀ ਚੜ੍ਹਦੀ ਕਲਾ ਵਾਸਤੇ ਮੇਰਾ ਸਾਥੀ ਰਣਜੀਤ ਸਿੰਘ ਲਾਵੇਗਾ। ਤੁਹਾਡੀ ਤਨ ਮਨ ਧਨ ਨਾਲ ਕੀਤੀ ਹੋਈ ਸੇਵਾ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਪ੍ਰਵਾਨ ਹੋ ਸਕੇ। ਜਿਤਨੀ ਵੀ ਸੰਗਤ ਆਈ ਹੈ ਸਭਨਾਂ ਨੂੰ ਜੀਓ ਹੈ। ਜਕਾਰੇ ਦਾ ਉੱਤਰ ਚੜ੍ਹਦੀ ਕਲਾ ਵਿੱਚ ਬਖਸ਼ਿਸ਼ ਕਰਿਓ। ਨਾਲ ਹੀ ਸਾਰੀ ਸੰਗਤ ਨੇ ਕਿਰਪਾ ਬਖਸ਼ਿਸ਼ ਜਕਾਰੇ ਵਿੱਚ ਗੱਜ ਕੇ ਹੋਕਾ ਦੇਣਾ, ਕਿਉਂਕਿ ਆਉਣ ਵਾਲੇ ਸਮਾਗਮ ਜਿਹੜੇ ਚੜ੍ਹਦੀ ਕਲਾ ਨਾਲ ਹੁੰਦੇ ਰਹਿਣ। ਬਾਬਾ ਜੀ ਨੇ 500 ਦਮੜਾ ਸੰਗਤ ਦੀ ਚੜ੍ਹਦੀ ਕਲਾ ਲਈ ਆਪਣੇ ਜਥੇ ਨੂੰ ਆਸ਼ੀਰਵਾਦ ਭੇਜਿਆ। ਵਾਹਿਗੁਰੂ ਕਿਰਪਾ ਕਰਨ ਉਹਨਾਂ ਨੂੰ ਆਪਣੇ ਨਾਮ ਸਿਮਰਨ ਦੇ ਨਾਲ ਜੋੜੀ ਰੱਖਣ, ਤੇ ਇਸੇ ਤਰ੍ਹਾਂ ਸੰਗਤ ਦੀ ਸੇਵਾ ਵਿੱਚ ਜੁੜੇ ਰਹਿਣ। ਦਿਨੇ ਰਾਤ ਗੁਰਧਾਮਾਂ ਦੀ ਸੇਵਾ ਵਿੱਚ ਅਰਦਾਸ ਕਰਦੇ ਹਾਂ ਸੰਗਤ ਤੇ ਮਹਾਂਪੁਰਖਾਂ ਦੀ ਚੜ੍ਹਦੀ ਕਲਾ ਵਾਸਤੇ। ਬੋਲੇ ਸੋਨਿਹਾ ਸਤਿ ਸ੍ਰੀ ਅਕਾਲ। ਵਾਹਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ। ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ। ਪਊ ਪਿੰਡ ਦੀ ਭਾਗਾਂ ਵਾਲੀ ਧਰਤੀ ਹੈ, ਤੇ ਭਾਈ ਭਗਤੂ ਜੀ ਮਾਤਾ ਜਿਉਣੀ ਦੀ ਕੁੱਖ ਨੂੰ ਭਾਗ ਲੱਗੇ 26 ਜਨਵਰੀ 1682 ਨੂੰ। ਇੱਕ ਮਹਾਂਪੁਰਖਾਂ ਦੀ ਅਰਦਾਸ ਦੇ ਨਾਲ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਨਮ ਹੋਇਆ। ਵਿਦਵਾਨ ਸੱਜਣ ਬੈਠੇ ਨੇ ਸਕੱਤਰ ਸਾਹਿਬ ਜੀ ਤੇ ਸਟੇਜ ਉੱਤੇ ਸਜੀਆਂ ਹੋਈਆਂ ਸਾਰੀਆਂ ਹੀ ਰੂਹਾਂ, ਜਿਨ੍ਹਾਂ ਉੱਤੇ ਬੜੀ ਬਖਸ਼ਿਸ਼ ਰਹਿਮਤ ਹੈ। ਤੇ ਸਾਹਮਣੇ ਬੈਠੇ ਇਲਾਕੇ ਦੇ ਪਤਵੰਤੇ ਸੱਜਣ ਬਾਬਾ ਦੀਪ ਸਿੰਘ ਸਾਹਿਬ ਜੀ ਬਿਨਾਂ ਸੀਸ ਦੇ ਮੈਦਾਨੇ ਜੰਗ ਵਿੱਚ ਲੜ ਗਏ,
ਪਰ ਇਹ ਕੋਈ ਛੋਟੀ ਜੀ ਬਾਤ ਨਹੀਂ। ਇਹ ਤੋਂ ਪਹਿਲਾਂ ਉਹਨਾਂ ਬਹੁਤ ਵੱਡੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਜਰਾ ਆਪਾਂ ਗਿਣੀ ਚੱਲੀਏ, ਮੈਂ ਅੱਗੇ ਜਾਣਾ ਚਾਹੁੰਦਾ, ਸਮਾਂ ਥੋੜਾ ਜਿਹਾ ਘੱਟ ਹੈ, ਸਮੇਂ ਨੂੰ ਵੀ ਧਿਆਨ ਵਿੱਚ ਰੱਖਣਾ ਹੈ। ਸਭ ਤੋਂ ਪਹਿਲੀ ਬਖਸ਼ਿਸ਼ ਇਹ ਹੈ ਕਿ ਬਾਬਾ ਦੀਪ ਸਿੰਘ ਜੀ ਦਾ ਜਨਮ ਅਰਦਾਸ ਵਿੱਚ ਹੋਇਆ। ਮਹਾਂਪੁਰਖਾਂ ਨੇ ਬਚਨ ਦਿੱਤਾ, ਭਾਈ ਭਗਤੂ ਜੀ ਤੁਹਾਡੇ ਘਰ ਵਿੱਚ ਪੁੱਤਰ ਪੈਦਾ ਹੋਣਾ, ਨਾਮ ਦੀਪ ਰੱਖਿਓ। ਦੀਪ, ਉਹ ਦੀਪ ਨੇ ਆਪਣੀ ਰੌਸ਼ਨੀ ਦੇ ਨਾਲ ਸਾਰਾ ਸੰਸਾਰ ਜਗਮਗਾ ਦੇਣਾ, ਰੁਸ਼ਨਾ ਦੇਣਾ। ਤੇ ਦੂਜੀ ਬਖਸ਼ਿਸ਼ ਇਹ ਹੋਈ ਹੈ ਕਿ ਜਦੋਂ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਨਮ ਹੋਇਆ, ਮਾਪਿਆਂ ਨੇ ਗੁਰਮਤ ਦੀਆਂ ਲੋਰੀਆਂ ਦਿੱਤੀਆਂ, ਮਾਂ ਨੇ ਆਪਣਾ ਸ਼ੀਰ ਝਗਾਉਂਦਿਆਂ ਗੁਰਬਾਣੀ ਪੜ੍ਹੀ। ਤੇ ਜਦੋਂ 18 ਸਾਲਾਂ ਦਾ ਗੱਭਰੂ ਹੋ ਗਿਆ ਤੇ ਇੱਕ ਜਿੱਦ ਕਰਨ ਲੱਗ ਪਿਆ। ਜਿੱਦ ਧਿਆਨ ਨਾਲ ਸੁਣਿਓ ਮੇਰੀਆਂ ਮਾਵਾਂ, ਬਾਬਾ ਦੀਪ ਸਿੰਘ ਦੇ ਅੰਦਰੋਂ ਇੱਕ ਆਵਾਜ਼ ਨਿਕਲੀ ਹੈ। ਸ਼ਾਇਦ ਅੱਜ ਦਾ ਨੌਜਵਾਨ ਇਹ ਜਿੱਦ ਨਹੀਂ ਕਰਦਾ। ਅੱਜ 18 19 ਸਾਲਾਂ 20 ਸਾਲਾਂ ਦਾ ਨੌਜਵਾਨ ਉਹ ਜਿੱਦ ਨਹੀਂ ਕਰਦਾ ਜਿਹੜੀ ਜਿੱਦ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕੀਤੀ। ਕੀ ਆਖਿਆ? ਮਾਂ ਜੀ, ਪਿਤਾ ਜੀ, ਮੈਂ ਆਨੰਦਪੁਰ ਸਾਹਿਬ ਦੀ ਧਰਤੀ ਅੰਦਰ ਜਾਣਾ ਤੇ ਮੈਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ। ਆਖੋ ਸਤਨਾਮ ਸ਼੍ਰੀ। ਇੱਕ ਵਾਰ ਗੱਜ ਕੇ ਆਖੋ ਸਾਧ ਸੰਗਤ, ਇਸ ਤਰ੍ਹਾਂ ਨਹੀਂ, ਉੱਚੀ ਸਾਰੀ, ਸਤਨਾਮ ਸ਼੍ਰੀ ਵਾਹਿਗੁਰੂ। ਅੱਜ ਦਾ ਨੌਜਵਾਨ ਜਿੱਦ ਕਰਦਾ ਵੀ ਮੈਂ ਮੋਟਰਸਾਈਕਲ ਲੈਣਾ, ਮਜਬੂਰ ਕਰਦਾ ਮਾਪਿਆਂ ਨੂੰ। ਅੱਜ ਦਾ ਨੌਜਵਾਨ ਕਹਿੰਦਾ ਮੈਂ ਨਵੀਂ ਜਨਰੇਸ਼ਨ ਦਾ ਮੋਬਾਈਲ ਲੈਣਾ, ਐਪਲ ਸੈੱਟ ਲੈਣਾ, ਜਿਹੜਾ 1.5 ਲੱਖ ਰੁਪਏ ਦਾ ਆਉਂਦਾ ਹੈ। ਮਾਪੇ ਮਜਬੂਰੀ ਵਸ ਉਹਨੂੰ ਇਹੋ ਜਿਹੀਆਂ ਚੀਜ਼ਾਂ ਲੈ ਲੈ ਕੇ ਦਿੰਦੇ ਨੇ ਤੇ ਉਹ ਸਗੋਂ ਮਾਪਿਆਂ ਨੂੰ ਪਰੇਸ਼ਾਨੀ ਦੇ ਆਲਮ ਵਿੱਚ ਲੈ ਜਾਂਦੇ ਆ। ਪਰ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਗੱਭਰੂ ਹੋ ਕੇ ਇਹ ਮੰਗ ਰੱਖੀ ਆ, ਮੈਂ ਅੰਮ੍ਰਿਤ ਛਕਣਾ, ਮੈਨੂੰ ਅਨੰਦਪੁਰ ਸਾਹਿਬ ਦੀ ਧਰਤੀ ਅੰਦਰ ਲੈ ਕੇ ਜਾਓ। ਹੈਰਾਨਗੀ ਹੈ, ਜੇ ਕਿਤੇ ਸਾਰਿਆਂ ਦੇ ਅੰਦਰ ਬਾਬਾ ਦੀਪ ਸਿੰਘ ਵਰਗੀ ਜਿੱਦ ਪੈਦਾ ਹੋ ਜਾਏ, ਜੇ ਸਾਰਿਆਂ ਦੇ ਅੰਦਰ ਬਾਬਾ ਦੀਪ ਸਿੰਘ ਵਰਗਾ ਚਾਅ ਪੈਦਾ ਹੋ ਜਾਏ, ਜੇ ਸਾਰਿਆਂ ਦੇ ਅੰਦਰ ਬਾਬਾ ਦੀਪ ਸਿੰਘ ਵਰਗੀ ਲਗਨ ਪੈਦਾ ਹੋ ਜਾਏ, ਫਿਰ ਕਹਿਣ ਦੀ ਲੋੜ ਨਹੀਂ ਪੈਣੀ ਵੀ ਅੰਮ੍ਰਿਤ ਛਕ ਲਓ, ਸਿੰਘ ਸੱਜ ਜਾਓ, ਕੇਸਾਂ ਨਾਲ ਪਿਆਰ ਕਰੋ, ਗੁਰੂ ਦੀ ਸਿੱਖੀ ਵਿੱਚ ਸ਼ਾਮਲ ਹੋ ਜਾਓ। ਫਿਰ ਕਹਿਣ ਦੀ ਲੋੜ ਨਹੀਂ ਪੈਣੀ। ਫਿਰ ਤੇ ਬਾਬਾ ਦੀਪ ਸਿੰਘ ਵਰਗੀ ਸੋਚ ਆ ਗਈ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਹੋ ਗਈ। ਬਾਬਾ ਦੀਪ ਸਿੰਘ ਸਾਹਿਬ ਜੀ ਗਏ 1700 ਦੀ ਵਿਸਾਖੀ ਉੱਤੇ ਆਨੰਦਪੁਰ ਸਾਹਿਬ ਦੀ ਧਰਤੀ। 1682 ਵਿੱਚ ਜਨਮ ਹੋਇਆ ਤੇ 1700 ਦੀ ਵਿਸਾਖੀ ਉੱਤੇ 18 ਸਾਲਾਂ ਦੇ, ਯਾਦ ਰੱਖੋ, ਆਨੰਦਪੁਰ ਸਾਹਿਬ ਦੀ ਧਰਤੀ ਅੰਦਰ ਗਏ, ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਮੱਥਾ ਟੇਕਿਆ। ਜਿੱਥੇ ਹੋਰਨਾਂ ਸਿੱਖ ਸੰਗਤਾਂ ਨੇ 1700 ਦੀ ਵਿਸਾਖੀ ਉੱਤੇ ਅੰਮ੍ਰਿਤ ਛਕਿਆ, ਉੱਥੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹਸਤ ਕਮਲਾਂ ਤੋਂ ਅੰਮ੍ਰਿਤ ਛਕਿਆ। ਇਹ ਕੋਈ ਨਿੱਕੀ ਜੀ ਗੱਲ ਨਹੀਂ ਹੈ। ਜਿਹਦਾ ਜਨਮ ਅਰਦਾਸ ਵਿੱਚੋਂ ਹੋਵੇ, ਜਿਹਨੂੰ ਅੰਮ੍ਰਿਤ ਦੀ ਦਾਤ ਧੰਨ ਗੁਰੂ ਗੋਬਿੰਦ ਸਿੰਘ ਜੀ ਆਪ ਆਪਣੇ ਹੱਥਾਂ ਨਾਲ ਬਖਸ਼ਿਸ਼ ਕਰਦੇ ਹੋਣ, ਉਹਦੇ ਉੱਤੇ ਕਿੱਡੀਆਂ ਵੱਡੀਆਂ ਬਖਸ਼ਿਸ਼ਾਂ ਰਹਿਮਤਾਂ ਹੋਈਆਂ, ਇਹ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਹੈ। ਗੱਲ ਇੱਥੇ ਮੁੱਕਦੀ ਨਹੀਂ। ਤੀਸਰਾ ਬਚਨ ਇਹ ਹੈ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਅੰਮ੍ਰਿਤ ਛਕ ਲਿਆ ਤੇ ਕਈ ਦਿਨ ਸੇਵਾ ਕਰਦਾ ਰਿਹਾ। ਅੱਜ ਦੇ ਨੌਜਵਾਨ ਨੂੰ ਆਖੀਏ ਆ ਲੰਗਰ ਦੇ ਝੂਠੇ ਭਾਂਡੇ ਮਾਂਜੀਏ, ਉਹ ਕਦੇ ਆਪਣਾ ਪਜਾਮਾ ਵੇਂਦਾ ਚਿੱਟੇ ਰੰਗ ਦਾ, ਕਦੇ ਆਪਣਾ ਕਮੀਜ਼ ਵੇਂਦਾ ਵੀ ਮੈਂ, ਤੇ ਉਹ ਵੀ ਲੰਗਰ ਦੇ ਝੂਠੇ ਭਾਂਡੇ ਮਾਂਜਾ। ਇਹ ਕਿਵੇਂ ਹੋ ਸਕਦਾ? ਜਿਹੜਾ ਆਇਆ ਲੀਡਰ ਬਣ ਕੇ ਉਹਨੇ ਸੇਵਾ ਕਿੱਥੋਂ ਕਰਨੀ ਹੈ? ਪਰ ਕਦੇ ਬਾਬਾ ਦੀਪ ਸਿੰਘ ਦਾ ਇਤਿਹਾਸ ਪੜੋ ਸਤਿਕਾਰਿਓ ਖਾਲਸਾ ਜੀ, ਜਾਂ ਬਹਿ ਕੇ ਚੌਂਕੜਾ ਮਾਰ ਕੇ ਕੀਰਤਨ ਸੁਣਿਆ ਤੇ ਜਾਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਲੰਗਰ ਦੇ ਝੂਠੇ ਭਾਂਡੇ ਮਾਂਜ ਕੇ ਗੁਰੂ ਘਰ ਦੀ ਸੇਵਾ ਕੀਤੀ। ਇੱਕ ਦਿਨ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਵੇਖਿਆ, ਸਾਰੀਆਂ ਸੰਗਤਾਂ ਵਾਪਸ ਪਿੰਡਾਂ ਵੱਲ ਨੂੰ ਤੁਰਨ ਲੱਗੀਆਂ, ਮਾਪੇ ਵੀ ਕੋਲ ਖਲੋਤੇ ਆ, ਬਾਬਾ ਦੀਪ ਸਿੰਘ ਵੀ ਖੜੇ ਆ, ਤੇ ਸਤਿਗੁਰੂ ਗਰੀਬ ਨਵਾਜ ਦਾਤਾ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਆ, ਭਾਈ ਭਗਤੂ ਜੀ ਤੁਸੀਂ ਅੰਮ੍ਰਿਤ ਛਕ ਲਿਆ, ਹੁਣ ਤੁਹਾਡਾ ਨਾਮ ਭਗਤ ਸਿੰਘ ਰੱਖਿਆ ਗਿਆ। ਮਾਤਾ ਜਿਉਣੀ ਦਾ ਨਾਮ ਅੰਮ੍ਰਿਤ ਛਕਣ ਤੋਂ ਬਾਅਦ ਜੀਵਨ ਕੌਰ ਰੱਖ ਦਿੱਤਾ ਗਿਆ। ਦੀਪ ਦਾ ਨਾਮ ਅੰਮ੍ਰਿਤ ਛਕਣ ਤੋਂ ਬਾਅਦ ਦੀਪ ਸਿੰਘ ਰੱਖਿਆ ਗਿਆ। ਪਰ ਹੁਣ ਤੁਸੀਂ ਪਿੰਡ ਨੂੰ ਤਿਆਰੀ ਕਰ ਲਈ ਹੈ, ਆ ਲੋ ਗੁਰੂ ਨਾਨਕ ਦੇ ਘਰ ਵਿੱਚੋਂ ਬਖਸ਼ਿਸ਼ਾਂ ਦੇ ਕੇ ਤੁਹਾਨੂੰ ਤੋਰਦੇ ਆ, ਸਿਰੋਂ ਪਾਓ ਦੇ ਕੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤੋਰਨ ਲੱਗੇ ਤੇ ਸਾਹਮਣੇ ਖਲੋਤੇ
ਗੱਭਰੂ ਦੀਪ ਸਿੰਘ ਵੱਲ ਇਸ਼ਾਰਾ ਕੀਤਾ। ਮਹਾਰਾਜ ਜੀ ਕਹਿੰਦੇ ਦੀਪ ਸਿੰਘਾ ਸਾਡੇ ਕੋਲ ਰਹਿਣਾ ਹੈ ਕਿ ਪਹੂਵਿੰਡ ਚਲੇ ਜਾਣਾ ਹੈ? ਗੱਲ ਬੜੀ ਪਿਆਰੀ ਸੀ। ਮਹਾਰਾਜ ਜੀ ਕਹਿੰਦੇ ਸਾਡੇ ਕੋਲ ਰਹਿਣਾ ਹੈ ਕਿ ਪਹੂਵਿੰਡ ਜਾਣਾ ਹੈ? ਦੀਪ ਸਿੰਘ ਬੋਲਿਆ ਨਹੀਂ। ਦੂਜੀ ਵਾਰ ਮਹਾਰਾਜ ਜੀ ਫੇਰ ਬਚਨ ਕਰਦੇ, ਕਹਿੰਦੇ ਦੀਪ ਸਿੰਘਾ ਤੈਨੂੰ ਪੁੱਛ ਰਿਹਾ ਬਈ ਮਾਪਿਆਂ ਨਾਲ ਪਿੰਡ ਚਲੇ ਜਾਣਾ ਹੈ ਕਿ ਅਨੰਦਪੁਰ ਸਾਹਿਬ ਰਹਿਣਾ ਹੈ? ਬਾਬਾ ਦੀਪ ਸਿੰਘ ਜੀ ਫੇਰ ਨਹੀਂ ਬੋਲਿਆ। ਤੀਜੀ ਵਾਰ ਮਹਾਰਾਜ ਨੇ ਮੋਢੇ ਉੱਤੇ ਹੱਥ ਰੱਖ ਕੇ ਥੋੜਾ ਜਿਹਾ ਹਲੂਣਾ ਦੇ ਕੇ ਆਖਿਆ ਦੀਪ ਸਿੰਘਾ ਤੈਨੂੰ ਪੁੱਛ ਰਿਹਾ ਹੈ ਇੱਥੇ ਸਾਡੇ ਕੋਲ ਰਹਿ ਕੇ ਸੇਵਾ ਕਰਨੀ ਚਾਹੁੰਦਾ ਹੈ ਕਿ ਜਾਂ ਪਹੂਵਿੰਡ ਜਾ ਕੇ ਮਾਪਿਆਂ ਨਾਲ ਕਿਰਤ ਵਿਰਤ ਕਰਨੀ ਹੈ? ਜਦੋਂ ਤੀਜਾ ਬਚਨ ਕਿਹਾ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਹੱਥ ਜੋੜੇ ਤੇ ਅੱਖਾਂ ਵਿੱਚ ਵਿਰਾਗ ਆ ਗਿਆ। ਬੜੀ ਉੱਚੀ ਗੱਲ ਕਰਨ ਲੱਗਾ, ਕਹਿਣ ਲੱਗਾ ਪਾਤਸ਼ਾਹ ਗਰੀਬ ਨਵਾਜ ਤੁਸਾਂ ਅੰਮ੍ਰਿਤ ਦੀ ਦਾਤ ਬਖਸ਼ੀ ਹੈ ਥੋੜੇ ਦਿਨ ਪਹਿਲਾਂ, ਤੇ ਜਦੋਂ ਤੁਸਾਂ ਅੰਮ੍ਰਿਤ ਦਿੱਤਾ ਨਾ ਉਦੋਂ ਨਾਲ ਹੀ ਤੁਸਾਂ ਇੱਕ ਬਚਨ ਕੀਤਾ ਸੀ ਦੀਪ ਸਿੰਘਾ ਇਸ ਧੜ ਉੱਤੇ ਲੱਗਾ ਹੋਇਆ ਸੀਸ ਅੱਜ ਤੋਂ ਬਾਅਦ ਗੁਰੂ ਦਾ ਹੈ। ਮਹਾਰਾਜ ਤੁਸਾਂ ਇੱਕ ਬਚਨ ਕੀਤਾ ਸੀ ਅੱਜ ਤੋਂ ਬਾਅਦ ਇਹ ਧੜ ਉੱਤੇ ਲੱਗਾ ਹੋਇਆ ਸੀਸ ਗੁਰੂ ਦਾ ਹੈ। ਤੇ ਮਹਾਰਾਜ ਮੈਂ ਵੀ ਤੁਹਾਡੇ ਨਾਲ ਬਚਨ ਕੀਤਾ ਸੀ ਮੇਰਾ ਸੀਸ ਅੱਜ ਤੋਂ ਬਾਅਦ ਗੁਰੂ ਦਾ ਹੋ ਗਿਆ। ਤੇ ਮਹਾਰਾਜ ਤੁਸੀਂ ਸਮਰੱਥ ਗੁਰੂ ਹੋ, ਜਦੋਂ ਮੈਂ ਸੀਸ ਹੀ ਤੁਹਾਨੂੰ ਭੇਟਾ ਕਰ ਦਿੱਤਾ ਹੈ, ਜਦੋਂ ਦੀਪ ਸਿੰਘ ਨੇ ਆਪਣਾ ਆਪ ਤੁਹਾਨੂੰ ਦੇ ਦਿੱਤਾ ਹੈ, ਫਿਰ ਮੈਂ ਤੁਹਾਡੇ ਕੋਲ ਰਵਾਂ ਕਿ ਜਾਂ ਪਿੰਡ ਜਾਵਾਂ ਇਹ ਫੈਸਲਾ ਵੀ ਤੁਸੀਂ ਆਪ ਹੀ ਕਰੋ। ਮਹਾਰਾਜ ਸੀਸ ਗੁਰੂ ਦਾ ਤੇ ਫੈਸਲਾ ਵੀ ਸੀਸ ਵਿੱਚੋਂ ਕੀਤਾ ਜਾਣਾ। ਹੁਣ ਤੁਸੀਂ ਆਪ ਫੈਸਲਾ ਕਰੋ ਮੈਂ ਤੁਹਾਡੇ ਕੋਲ ਰਵਾਂ ਕਿ ਪਿੰਡ ਚਲਿਆ ਜਾ। ਜਦੋਂ ਇਹ ਗੱਲ ਬਾਬਾ ਦੀਪ ਸਿੰਘ ਹੋਰਾਂ ਨੇ ਆਖੀ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਕੁੱਟ ਕੇ ਛਾਤੀ ਨਾਲ ਲਾ ਕੇ ਆਖਿਆ ਵੀ ਭਾਵੇਂ ਸਾਰੇ ਚਲੇ ਜਾਓ ਪਰ ਦੀਪ ਸਿੰਘ ਹੁਣ ਸਾਡੇ ਕੋਲ ਹੀ ਰਹੇਗਾ। ਇੱਕ ਵਾਰ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਤੀਜੀ ਬਖਸ਼ਿਸ਼ ਹੈ। ਪਹਿਲੀ ਬਖਸ਼ਿਸ਼ ਅਰਦਾਸ ਵਿੱਚੋਂ ਜਨਮ ਹੋਇਆ ਬਾਬਾ ਜੀ ਦਾ। ਦੂਜੀ ਬਖਸ਼ਿਸ਼ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਹੱਥਾਂ ਤੋਂ ਉਹਨਾਂ ਨੇ ਅੰਮ੍ਰਿਤ ਛਕਿਆ। ਤੇ ਤੀਜੀ ਗੱਲ ਇਹ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਆਪ ਸਮਰਪਿਤ ਕਰ ਦਿੱਤਾ। ਤੇ ਤੀਜੀ ਬਖਸ਼ਿਸ਼ ਇੱਕ ਹੋਰ ਹੋਣ, ਚੌਥੀ ਬਖਸ਼ਿਸ਼ ਹੋਰ ਹੋਣ ਲੱਗੀ। ਇੱਕ ਦਿਨ ਲੰਗਰ ਦੇ ਝੂਠੇ ਭਾਂਡੇ ਮਾਂਜ ਰਹੇ ਆ ਬਾਬਾ ਦੀਪ ਸਿੰਘ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਪਿੱਛੇ ਚਲੇ ਗਏ। ਲੰਗਰ ਵਿੱਚ ਆਏ, ਗੇੜਾ ਮਾਰਨ ਵਾਸਤੇ ਵੇਖਿਆ ਕਿ ਬਾਬਾ ਦੀਪ ਸਿੰਘ ਦਾ ਮੁਖੜਾ ਦੂਜੇ ਪਾਸੇ ਨੂੰ ਹੈ, ਹੱਥ ਵਿੱਚ ਬਾਟਾ ਫੜਿਆ ਹੋਇਆ ਹੈ, ਬਾਟਾ ਮਾਂਜੀ ਜਾ ਰਿਹਾ ਹੈ। ਤੇ ਮੇਰੇ ਪਾਤਸ਼ਾਹ ਜੀ ਪਿੱਛੇ ਖਲੋ ਕੇ ਹੌਲੀ ਜੀ ਆਵਾਜ਼ ਦਿੰਦੇ ਆ, ਕਹਿੰਦੇ ਦੀਪ ਸਿੰਘਾ ਬਾਟਾ ਮਾਂਜ ਰਹੇ। ਜਦੋਂ ਇਹ ਬਚਨ ਕੀਤਾ ਨਾ ਦੀਪ ਸਿੰਘਾ ਬਾਟਾ ਮਾਂਜ ਰਹੇ, ਇੱਕਦਮ ਤੜਕ ਕੇ ਉੱਠੇ ਬਾਬਾ ਦੀਪ ਸਿੰਘ ਜੀ ਜਿਵੇਂ ਕੋ ਬਹੁਤ ਵੱਡੀ ਅਵਗਿਆ ਹੋ ਗਈ ਹੋਵੇ ਤੇ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਮੈਨੂੰ ਖਿਮਾ ਕਰ ਦਿਓ, ਮੈਂ ਉੱਠ ਕੇ ਤੁਹਾਨੂੰ ਫਤਿਹ ਨਹੀਂ ਬੁਲਾਈ। ਮਹਾਰਾਜ ਜੀ ਗਲਤੀ ਦੀ ਮੁਆਫੀ ਦੇ ਦਿਓ, ਮੈਂ ਉੱਠ ਕੇ ਤੁਹਾਡਾ ਸਤਿਕਾਰ ਨਹੀਂ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਜੇ ਨਹੀਂ ਫਤਿਹ ਬੁਲਾਈ ਨਹੀਂ ਉੱਠ ਕੇ ਸਨਮਾਨ ਕਰ ਸਕਿਆ ਕੋਈ ਗੱਲ ਨਹੀਂ, ਪਰ ਜਿਹੜੀ ਗੱਲ ਅਸਾਂ ਤੈਨੂੰ ਪੁੱਛੀ ਆ ਵੀ ਬਾਟਾ ਮਾਂਜ ਰਿਹਾ ਇਹ ਦੱਸ। ਬਾਬਾ ਦੀਪ ਸਿੰਘ ਜੀ ਕਹਿੰਦਾ ਨਹੀਂ ਪਾਤਸ਼ਾਹ ਮੈਂ ਬਾਟਾ ਨਹੀਂ ਮਾਂਜ ਰਿਹਾ। ਮਹਾਰਾਜ ਜੀ ਕਹਿੰਦੇ ਹੱਥ ਤੇਰੇ ਸਵਾਹ ਨਾਲ ਲਿਬੜੇ ਹੋਏ ਆ, ਹੱਥ ਵਿੱਚ ਬਾਟਾ ਫੜਿਆ ਹੋਇਆ ਤੇ ਤੂੰ ਕਹਿੰਦਾ ਮੈਂ ਬਾਟਾ ਨਹੀਂ ਮਾਂਜ ਰਿਹਾ, ਫਿਰ ਕੀ ਮਾਂਜ ਰਿਹਾ? ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਮੁਖ ਵਿੱਚੋਂ ਬਚਨ ਨਿਕਲਿਆ ਮੇਰੇ ਪਾਤਸ਼ਾਹ ਦੀਪ ਸਿੰਘ ਆਪਣਾ ਮਨ ਮਾਂਜ ਰਿਹਾ। ਮਨ ਜਦੋਂ ਆਖਿਆ ਨਾ ਮੈਂ ਆਪਣਾ ਮਨ ਮਾਂਜ ਰਿਹਾ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਮੁਸਕਰਾ ਕੇ ਕਹਿੰਦੇ ਕੀ ਨਿਸ਼ਾਨੀ ਹੈ? ਕੀ ਨਿਸ਼ਾਨੀ ਹੈ ਦੀਪ ਸਿੰਘਾ ਵੀ ਤੇਰਾ ਮਨ ਮਾਂਜਿਆ ਗਿਆ ਹੈ? ਕਿਵੇਂ ਪਤਾ ਲੱਗੇਗਾ? ਤੇ ਬਾਬਾ ਦੀਪ ਸਿੰਘ ਸਾਹਿਬ ਜੀ ਹੱਥ ਜੋੜ ਕੇ ਕਹਿੰਦੇ ਪਾਤਸ਼ਾਹ ਮੈਂ ਬਾਟਾ ਮਾਂਜਦਾ ਤੇ ਇਹਨੂੰ ਸਾਹਮਣੇ ਕਰਕੇ ਆਪਣੀ ਅੱਖਾਂ ਦੇ ਵੇਖਦਾ, ਇਹਦੇ ਵਿੱਚੋਂ ਮੈਨੂੰ ਮੇਰੀ ਤਸਵੀਰ ਦਿਸਦੀ ਹੈ, ਮੈਂ ਫੇਰ ਇਹਨੂੰ ਸਾਫ਼ ਕਰਨ ਲੱਗ ਜਾਂਦਾ, ਰਗੜਨ ਲੱਗ ਜਾਂਦਾ। ਮੈਂ ਜਦੋਂ ਆਪਣੀ ਅੱਖਾਂ ਦੇ ਸਾਹਮਣੇ ਕਰਕੇ ਵੇਖਦਾ ਇਹਨੂੰ ਇਹਦੇ ਵਿੱਚੋਂ ਮੇਰੀ ਆਪਣੀ ਫੋਟੋ ਦਿਸਦੀ ਹੈ। ਪਾਤਸ਼ਾਹ ਦੀਪ ਸਿੰਘ ਦਾ ਮਨ ਉਦੋਂ ਨਿਰਮਲ ਹੋ ਜਾਏਗਾ, ਉਦੋਂ ਪਵਿੱਤਰ ਹੋ ਜਾਏਗਾ, ਉਦੋਂ ਸਾਫ਼ ਹੋ ਜਾਏਗਾ ਜਦੋਂ ਵੇਖਾਂ ਇਹਦੇ ਵਿੱਚੋਂ ਆਪਣਾ ਚਿਹਰਾ, ਪਰ ਨਜ਼ਰ ਤੁਹਾਡੀ ਤਸਵੀਰ ਆਵੇ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜੋ ਤੁਹਾਡਾ ਚਿਹਰਾ ਦਿਸਣ ਲੱਗ ਪਿਆ ਨਾ ਚਾਰ ਚਫੇਰੇ, ਉਦੋਂ ਦੀਪ ਸਿੰਘ ਦਾ ਮਨ ਪਵਿੱਤਰ ਹੋ ਜਾਏਗਾ। ਇਹ ਚੌਥੀ ਬਖਸ਼ਿਸ਼ ਮੈਂ ਦੱਸਣ ਲੱਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ। ਮੇਰੇ ਪਾਤਸ਼ਾਹ ਕਹਿਣ ਲੱਗੇ ਦੀਪ ਸਿੰਘਾ ਤੇਰਾ ਧਿਆਨ ਜੁੜ ਗਿਆ ਤੇ ਜੁੜ ਵੀ ਇੰਨਾ ਗਿਆ, ਸ਼ਾਇਦ ਜੇ ਕਿਤੇ ਸਮਾਂ ਆਉਣ ਤੇ
ਇਹ ਸੀਸ ਧੜ ਤੋਂ ਲੱਥ ਵੀ ਗਿਆ, ਦੀਪ ਸਿੰਘਾ ਤੇਰਾ ਧਿਆਨ ਨਹੀਂ ਟੁੱਟੇਗਾ। ਇਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੁਖ ਵਿੱਚੋਂ ਬਚਨ ਕਿਹਾ, ਤੇਰਾ ਧਿਆਨ ਨਹੀਂ ਟੁੱਟੇਗਾ ਦੀਪ ਸਿੰਘਾ। ਇੱਕ ਬਖਸ਼ਿਸ਼ ਹੋਰ ਹੋਣ ਲੱਗੀ ਹੈ। ਮੈਂ ਅੱਜ ਮਨ ਥੋੜਾ ਜਿਹਾ ਬਣਾਇਆ ਸੀਗਾ ਵੀ ਸਾਨੂੰ ਪਤਾ ਲੱਗ ਜੇ, ਸਾਡੀ ਆਉਣ ਵਾਲੀ ਪੀੜ੍ਹੀ ਨੂੰ, ਸਾਡੀਆਂ ਭੈਣਾਂ ਨੂੰ ਪਤਾ ਲੱਗ ਜਾਏ ਬਾਬਾ ਦੀਪ ਸਿੰਘ ਕਿੱਡੀ ਵੱਡੀ ਮਹਾਨ ਪਵਿੱਤਰ ਹਸਤੀ ਹੋਏ ਆ। ਐਵੇਂ ਨਹੀਂ ਬਿਨਾਂ ਸੀਸ ਦੇ ਲੜ ਗਏ। ਉਹਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਕੋਲੋਂ ਬਹੁਤ ਵੱਡੀਆਂ ਬਖਸ਼ਿਸ਼ਾਂ, ਰਹਿਮਤਾਂ, ਅਸੀਸਾਂ ਪ੍ਰਾਪਤ ਕੀਤੀਆਂ। ਮੈਂ ਪੰਜਵੀਂ ਬਖਸ਼ਿਸ਼ ਤੁਹਾਡੀ ਸੇਵਾ ਵਿੱਚ ਬਿਨੇ ਕਰਨੀ ਚਾਹੁੰਦਾ। ਬਾਬਾ ਦੀਪ ਸਿੰਘ ਸਾਹਿਬ ਆਨੰਦਪੁਰ ਸਾਹਿਬ ਦੀ ਧਰਤੀ ਅੰਦਰ ਰਹਿੰਦਿਆਂ ਗੁਰੂ ਗੋਬਿੰਦ ਸਿੰਘ ਜੀ ਦੇ ਮੋਢੇ ਨਾਲ ਮੋਢਾ ਜੋੜ ਕੇ ਜੰਗਾਂ ਯੁੱਧਾਂ ਵਿੱਚ ਹਿੱਸਾ ਲੈਂਦੇ ਰਹੇ, ਤੇ ਜੇ ਲੋੜ ਪਈ ਤੇ ਦਮਦਮਾ ਸਾਹਿਬ ਦੀ ਧਰਤੀ ਅੰਦਰ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਮੰਨ ਕੇ ਚਲੇ ਗਏ। ਇੱਥੇ ਹੀ ਮੇਰੇ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਓੰਕਾਰ ਸ਼ਬਦ ਤੋਂ ਲੈ ਕੇ 8, 18, 10, 20 ਤੱਕ ਸੰਪੂਰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅਰਥ ਜਿਨ੍ਹਾਂ ਸਿੱਖਾਂ ਨੂੰ ਸਮਝਾਏ, ਜਿਨ੍ਹਾਂ ਨੂੰ ਦਿਨੇ ਰਾਤ ਅਰਥ ਸੁਣਾਏ, ਉਹਨਾਂ ਵਿੱਚ ਮੋਹਰੀ ਹੈ ਬਾਬਾ ਦੀਪ ਸਿੰਘ ਸਾਹਿਬ ਜੀ। 48 ਸਿੰਘਾਂ ਵਿੱਚ ਬੈਠਾ ਚੌਂਕੜਾ ਮਾਰ ਕੇ ਬਦੇ ਮੁਕਤ ਕਰ ਦਿੱਤਾ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ। ਇਹ ਪੰਜਵੀਂ ਬਖਸ਼ਿਸ਼ ਬਾਬਾ ਦੀਪ ਸਿੰਘ ਜੀ ਤੇ ਹੋਈ ਹੈ। ਖਾਲਸਾ ਜੀ, ਇਹੋ ਜਿਹੀਆਂ ਬਖਸ਼ਿਸ਼ਾਂ ਦਾ ਜ਼ਿਕਰ ਕਰਦਾ ਰਵਾਂ, ਜਿੰਨਾ ਕਿ ਸਮਾਂ ਮੈਨੂੰ ਮਿਲਿਆ ਉਹ ਸਾਰਾ ਇੱਧਰ ਨਿਕਲ ਜਾਏਗਾ। ਬਾਬਾ ਦੀਪ ਸਿੰਘ ਸਾਹਿਬ ਜਿਨ੍ਹਾਂ ਦੀ ਮਹਾਨ ਪਵਿੱਤਰ ਕਮਾਈ ਹੈ, ਜਿਨ੍ਹਾਂ ਦਾ ਜੀਵਨ ਬੜਾ ਉੱਚਾ ਤੇ ਸੁੱਚਾ ਹੈ, ਜਿਨ੍ਹਾਂ ਦੇ ਪੱਲੇ ਸਤ, ਸੰਤੋਖ, ਧਰਮ, ਦਇਆ, ਇਹ ਸਭੇ ਚੀਜ਼ਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪ ਟਿਕਾਈਆਂ ਹੋਈਆਂ ਸੀ। ਤੇ ਅਖੀਰ ਸਮਾਂ ਬਣਿਆ ਤੇ ਗੁਰੂ ਗੋਬਿੰਦ ਸਿੰਘ ਦੇ ਆਸ਼ੇ ਦੇ ਮੁਤਾਬਕ ਹਰਮੰਦਰ ਸਾਹਿਬ ਦੀ ਰਾਖੀ ਕਰਦਿਆਂ ਹੋਇਆਂ ਬਾਬਾ ਦੀਪ ਸਿੰਘ ਸਾਹਿਬ ਜੀ ਬਿਨਾਂ ਸੀਸ ਦੇ ਲੜਦਿਆਂ ਹਰਮੰਦਰ ਦੀ ਇੱਜ਼ਤ ਨੂੰ ਕਾਇਮ ਰੱਖਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀ ਗਏ। ਉਸ ਮਰਦ ਨੂੰ ਪ੍ਰਣਾਮ ਕਰੋ ਤੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਆਓ ਸਾਨੂੰ ਵੀ ਬਖਸ਼ਾਂ ਦਿੱਤੀਆਂ ਮਹਾਰਾਜ ਨੇ, ਸਾਡੇ ਤੇ ਵੀ ਕਿਰਪਾ ਕੀਤੀ। ਮੈਂ ਇੱਥੋਂ ਜੇ ਗੱਲ ਸ਼ੁਰੂ ਕਰਨੀ ਚਾਹੁੰਦਾ, ਮਨ ਹੁਕਮ 10ਵੇਂ ਅਵਤਾਰ ਦਾ। ਮੈਂ ਚਾਹੁੰਦਾ ਭਈ ਸੱਚੇ ਪਾਤਸ਼ਾਹ ਨੇ ਸਾਡੇ ਤੇ ਬਖਸ਼ਾਂ ਕੀਤੀਆਂ, ਰਹਿਮਤ ਕੀਤੀਆਂ, ਜੀਵਨ ਦਾ ਢੰਗ ਦੱਸਿਆ। ਢੰਗ ਆ ਸੁਣਿਓ, ਮੇਰਾ ਢਾਡੀ ਜੱਥਾ ਗਾ ਕੇ ਦੱਸੇਗਾ, ਫਿਰ ਆਪਾਂ ਅਗਲੀਆਂ ਬੇਨਤੀਆਂ ਕਰਾਂਗੇ। ਦੇ ਕੇ ਕੇਸ ਦਸ਼ਮੇਸ਼ ਨੇ ਕਿਹਾ ਮੁਖੋਂ, ਜਾ ਬਖਸ਼ੀਆਂ ਅੱਜ ਸਰਦਾਰੀਆਂ ਨੇ, ਟੰਗਾ ਕਰਦਿਆਂ ਸਦਾ ਹੀ ਯਾਦ ਰੱਖਣਾ, ਕਦੇ ਸੀਸ ਤੇ ਫਿਰਨੀਆਂ ਆਰੀਆਂ ਨੇ, ਉੱਠੇ ਹੱਥ ਨਾ ਕਿਸੇ ਮਜਲੂਮ ਉੱਤੇ, ਬਈ ਕੜਾ ਨਹੀਂ ਇਹ ਕੜੀਆਂ ਗਈਆਂ ਮਾਰੀਆਂ ਨੇ, ਕੱਛ ਨਹੀਂ ਇਹ ਜੱਤ ਤੇ ਸੱਤ ਦੀਆਂ ਦੇ ਦਿੱਤੀਆਂ ਬਰਕਤਾਂ ਸਾਰੀਆਂ ਨੇ, ਰਹਿਣਾ ਸਦਾ ਮਜਲੂਮਾਂ ਦੀ ਢਾਲ ਬਣ ਕੇ, ਰਹਿਣਾ ਸਦਾ ਮਜਲੂਮਾਂ ਦੀ ਢਾਲ ਬਣ ਕੇ, ਇਸੇ ਲਈ ਕਿਰਪਾਨ ਦਾ ਦਾਨ ਕੀਤਾ, ਡਰ ਦਾ ਕਾਲ ਵੀ ਰਹੇਗਾ ਤੁਸਾਂ ਕੋਲੋਂ, ਖੰਡੇ ਧਾਰ ਅੰਮ੍ਰਿਤ ਜਿਨ੍ਹਾਂ ਪਾਨ ਕੀਤਾ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਕੋਲੋਂ ਤੇ ਕਾਲ ਵੀ ਡਰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੱਬੇ ਤੇ ਕੁਚਲੇ ਹੋਏ ਲੋਕਾਂ ਨੂੰ, ਜਿਹੜੇ ਕਹਿੰਦੇ ਅਸੀਂ ਕਾਮ ਹਮਾਰਾ ਤੋਲਣ ਤੱਕੜੀ, ਨੰਗੀ ਕਰਦ ਕਬਹੂ ਨਾ ਪਕੜੀ, ਚਿੜੀ ਉੱਡੇ ਡਰ ਸੇ ਮਰ ਜਾऊं ਦੁਸ਼ਮਣ ਸੇ कैसे लड़ पाऊं, उन्होंने हत्थां विच दे के तलवारां, उन्होंने हत्थां विच दे के हथियार, ते दबे होए ते कुचले होए लोकां नूं उच्चा सिर करके जिउण दा ढंग, जिवें कलगीधर पातशाह महाराज ने दस्सिया। ਉਹ ਬਿਰਤਾਂਤ ਤੁਹਾਡੀ ਸੇਵਾ ਅੰਦਰ ਬੇਟੀ ਅਰਪਣਪ੍ਰੀਤ ਕੌਰ, ਕਿਰਨਦੀਪ ਕੌਰ, ਵਰਲਡ ਫੇਮਸ ਰੰਗੀ ਮਾਸਟਰ ਰਣਜੀਤ ਸਿੰਘ ਗੜਗੱਜ ਤੇ ਬਲਬੀਰ ਸਿੰਘ ਪਾਰਸ ਗੜਗੱਜ ਦਾ ਇੰਟਰਨੈਸ਼ਨਲ 골ਡ ਮੈਡਲਿਸਟ ਢਾਡੀ ਜੱਥਾ ਗਾ ਕੇ ਉਹ ਕਹਿੰਦਾ ਆ ਰਿਹਾ ਵੇ।
ਕਲਗੀਧਰ ਨੇ ਜੀਵਨ ਦਾ ਢੰਗ ਸਿਖਾਇਆ ਏ ਗੁਰੂ ਕਲਗੀਧਰ ਨੇ ਜੀਵਨ ਦਾ ਢੰਗ ਸਿਖਾਇਆ ਏ ਗੁਰੂ ਕਲਗੀਧਰ ਨੇ ਗੁਰੂ ਕਲਗੀਧਰ ਨੇ ਗੁਰੂ ਕਲਗੀਧਰ ਨੇ ਸੰਸਾਰ ਸ਼ਿਕੰਜੇ ਆਇਆ ਵਹਿਮਾਂ ਭਰਮਾਂ ਦੇ ਕਾਮੀ ਲੋਭੀ ਬਣ ਗਏ ਆਗੂ ਧਰਮਾਂ ਦੇ ਸੰਸਾਰ ਸ਼ਿਕੰਜੇ ਆਇਆ ਵਹਿਮਾਂ ਭਰਮਾਂ ਦੇ ਕਾਮੀ ਲੋਭੀ ਬਣ ਗਏ ਆਗੂ ਧਰਮਾਂ ਦੇ ਭੁੱਲਿਆਂ ਨੂੰ ਰਾਹੇ ਪਾਇਆ ਏ ਸੱਚ ਦਾ ਪ੍ਰਕਾਸ਼ ਫੈਲਾਇਆ ਏ
ਤੇ ਮਾਸ ਮਾਸੂਮ ਗਟਾਰਾਂ ਦੇ, ਨਾ ਪੱਥਰ ਦਿਲਾਂ ਤੇ ਹੁੰਦੇ ਅਸਰ ਪਕਾਰਾਂ ਦੇ। ਖੰਡੇ ਦਾ ਅੰਮ੍ਰਿਤ ਪਿਆਇਆ ਏ, ਗਿੱਦੜਾਂ ਤੋਂ ਸ਼ੇਰ ਬਣਾਇਆ ਏ। ਹਕੀਕਤ ਹੈ ਜਿਹੜੇ ਲੋਕ ਜਿਉਂਦੇ ਵੀ ਗੁਲਾਮ ਸੀ, ਮਰਦੇ ਵੀ ਗੁਲਾਮ ਸੀ, ਉਹਨਾਂ ਨੂੰ 30 ਮਾਰਚ 1699 ਦੀ ਵਿਸਾਖੀ ਉੱਤੇ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਖੰਡੇ ਦੀ ਧਾਰ ਵਿੱਚੋਂ ਪ੍ਰਗਟ ਕਰ ਦਿੱਤਾ। ਪ੍ਰਗਟ ਜੰਮਿਆ ਨਹੀਂ ਖਾਲਸਾ। ਮੈਂ ਬੇਨਤੀ ਕਰ ਦੇਵਾਂ, ਜਦੋਂ ਅੰਮ੍ਰਿਤ ਛਕ ਲੈਂਦਾ ਫਿਰ ਉਹ ਪ੍ਰਗਟ ਹੁੰਦਾ। ਪ੍ਰਗਟ ਮੈਂ ਆਪ ਨਹੀਂ ਕਹਿੰਦਾ, ਇਹ ਤਿੰਨ ਸ਼ਬਦ ਜਿਹੜੇ ਆ ਪ੍ਰਗਟ ਸਾਡੇ ਸਾਹਮਣੇ ਆਉਂਦੇ ਆ ਤੇ ਉਹ ਸਦੀਵ ਕਾਲ ਰਹਿਣਗੇ, ਉਹਨਾਂ ਨੂੰ ਕੋਈ ਮਿਟਾ ਨਹੀਂ ਸਕਦਾ। ਪਹਿਲਾ ਸ਼ਬਦ ਹੈ ਸਤਿਗੁਰ ਨਾਨਕ ਪ੍ਰਗਟਿਆ। ਗੁਰੂ ਨਾਨਕ ਸਾਹਿਬ ਬਾਰੇ ਭਾਈ ਗੁਰਦਾਸ ਜੀ ਨੇ ਜੰਮਿਆ ਨਹੀਂ ਲਿਖਿਆ, ਉਹਨਾਂ ਕਿਹਾ ਸਤਿਗੁਰ ਨਾਨਕ ਪ੍ਰਗਟਿਆ। ਤੇ ਜਿਹੜਾ ਪ੍ਰਗਟ ਹੁੰਦਾ ਉਹ ਸਦੀਵ ਕਾਲ ਰਹਿੰਦਾ। ਗੁਰੂ ਨਾਨਕ ਸਾਹਿਬ ਆਏ ਜ਼ਰੂਰ ਪਰ ਮੁੜ ਕੇ ਗਏ ਨਹੀਂ। ਆਏ ਸੀ ਪਰ ਗੁਰਬਾਣੀ ਦਾ ਰੂਪ ਬਣ ਕੇ ਸਰਾਰੀ ਸੰਸਾਰ ਵਿੱਚ ਬਰਾਜ ਗਏ। ਗੁਰੂ ਨਾਨਕ ਦੀ ਜੋਤ ਗੁਰੂ ਗ੍ਰੰਥ ਸਾਹਿਬ। ਤੇ ਦੂਜਾ ਸ਼ਬਦ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ। ਖਾਲਸਾ ਅਕਾਲ ਪੁਰਖ ਕੀ ਫੌਜ। ਤੇ ਖਾਲਸਾ ਵੀ ਪ੍ਰਗਟ ਹੋਇਆ। ਮੈਂ ਬੇਨਤੀ ਕਰੂੰਗਾ, ਜਦੋਂ ਤੱਕ ਧਰਤੀ ਆਕਾਸ਼ ਰਹੇਗਾ, ਜਦੋਂ ਤੱਕ ਦੁਨੀਆ ਦੇ ਲੋਕ ਰਹਿਣਗੇ, ਉਦੋਂ ਤੱਕ ਖਾਲਸੇ ਦੇ ਬੋਲ ਬਾਲੇ ਤੇ ਖਾਲਸੇ ਦਾ ਜੀਵਨ ਜਿਹੜਾ ਚਮਕਦੇ ਸਿਤਾਰੇ ਵਾਂਗਰਾ ਦੁਨੀਆ ਦੇ ਸਾਹਮਣੇ ਰਹੇਗਾ। ਇਹਨੂੰ ਕੋਈ ਮਿਟਾ ਨਹੀਂ ਸਕਦਾ। ਇਹ ਵੀ ਪ੍ਰਗਟ ਹੋਇਆ। ਤੇ ਤੀਜਾ ਬਚਨ, ਤੀਜਾ ਸਾਡੇ ਸਾਹਮਣੇ ਆਉਂਦਾ, ਪ੍ਰਗਟ ਗੁਰਾਂ ਕੀ ਦੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਇਹਨਾਂ ਬਾਰੇ ਵੀ ਪ੍ਰਗਟ ਸ਼ਬਦ ਵਰਤਿਆ ਗਿਆ ਹੈ। ਖਾਲਸਾ ਜੀ ਜੁਗੋ ਜੋਗੀ ਅਟਲ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਹ ਤਿੰਨ ਹਸਤੀਆਂ ਪ੍ਰਗਟ ਹੋਈਆਂ ਜਿਨ੍ਹਾਂ ਨੂੰ ਕੋਈ ਮਿਟਾ ਨਹੀਂ ਸਕਦਾ। ਬੜੇ ਸਤਿਕਾਰ ਨਾਲ, ਬੜੇ ਪਿਆਰ ਨਾਲ ਸੁਣ ਰਹੇ ਹੋ, ਔਰ ਬਹੁਤ ਸਾਰੀ ਮਾਇਆ ਇਤਿਹਾਸ ਦਾ ਕਦਰ ਕਰਦਿਆਂ ਤੁਸੀਂ ਭੇਜੀ ਹੈ। ਸਟੇਜ ਉੱਤੇ ਪਹੁੰਚੇ ਨੇ ਕਾਰ ਸੇਵਾ ਦੇ ਉਹ ਮਹਾਨ ਕੁਤਬ ਸਤਾਰੇ, ਜਿਨ੍ਹਾਂ ਉੱਤੇ ਬੜੀਆਂ ਬਖਸ਼ਾਂ ਰਹਿਮਤਾਂ ਵੱਡੇ ਮਹਾਂਪੁਰਖਾਂ ਤੋਂ ਹੋਈਆਂ। ਤੇ ਅੱਜ ਕੱਲ ਕਾਰ ਸੇਵਾ ਦੇ ਮੋਢੇ ਨਾਲ ਮੋਢਾ ਜੋੜ ਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਵੱਡੇ ਵੱਡੇ ਕਾਰਜ ਕਰ ਰਿਹਾ ਹੈ। ਅਤੀ ਸਤਿਕਾਰਯੋਗ ਬਾਬਾ ਦਿਲਬਾਗ ਸਿੰਘ ਸਾਹਿਬ ਜੀ, ਅਤੀ ਸਤਿਕਾਰਯੋਗ ਬਾਬਾ ਪਰਮਜੀਤ ਸਿੰਘ ਸਾਹਿਬ ਜੀ, ਉਹਨਾਂ ਨੂੰ ਸਟੇਜ ਉੱਤੇ ਪਹੁੰਚਣ ਤੇ ਮੈਂ ਜੀਓ ਆਇਆਂ ਕਹਿਣਾ। ਹੋਰ ਵੀ ਮਹਾਨ ਰੂਹਾਂ ਸ਼ਖਸੀਅਤਾਂ ਆਈਆਂ, ਸਾਰਿਆਂ ਨੂੰ ਸਤਿਪੁਰਖਾਂ ਨੂੰ ਜੀ ਆਇਆਂ। ਮੈਂ ਇੱਕ ਜਕਾਰਾ ਲਾਵਾਂਗਾ ਸਾਰਿਆਂ ਨੂੰ ਜੀ ਆਇਆਂ ਕਹਿੰਦਿਆਂ, ਤੁਸੀਂ ਚੜ੍ਹਦੀ ਕਲਾ ਨਾਲ ਉੱਤਰ ਬਖਸ਼ਿਸ਼ ਕਰਨਾ। ਵੱਡੇ ਵੱਡੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ, ਔਰ ਇਹਨਾਂ ਦੀ ਸੇਵਾ ਨੂੰ, ਵੱਡੇ ਮਹਾਂਪੁਰਖਾਂ ਦੀ ਸੇਵਾ ਨੂੰ ਸੀਸ ਝੁਕਦਾ ਹੈ ਕਿ ਜਿਹੜੇ ਕੰਮ ਸਰਕਾਰਾਂ ਨਹੀਂ ਕਰ ਸਕੀਆਂ ਉਹ ਇਹਨਾਂ ਮਹਾਂਪੁਰਖਾਂ ਨੇ ਕੀਤੇ ਆ। ਵੱਡੇ ਵੱਡੇ ਪੁਲ ਬਣਾ ਦੇਣੇ, ਵੱਡੇ ਵੱਡੇ ਕਾਲਜ ਬਣਾਉਣੇ, ਵੱਡੇ ਵੱਡੇ ਗੁਰਧਾਮ ਉਸਾਰਨੇ, ਔਰ ਵੱਡੇ ਵੱਡੇ ਗੁਰੂ ਕੇ ਲੰਗਰ ਤਿਆਰ ਕਰਨੇ। ਥਾਂ ਥਾਂ ਤੇ ਹਰ ਜੋੜ ਮੇਲੇ ਤੇ ਗੁਰੂ ਕੀਆਂ ਸੰਗਤਾਂ ਵਾਸਤੇ ਲੰਗਰਾਂ ਦੇ ਪ੍ਰਬੰਧ ਕਰਨੇ। ਇਹ ਕਾਰ ਸੇਵਾ ਦੇ ਹਿੱਸੇ ਆਇਆ, ਹੋਰ ਕਿਸੇ ਦੇ ਵੱਸ ਦੀ ਗੱਲ ਨਹੀਂ। ਆਓ ਸਾਰੇ ਆਪਾਂ ਇਹਨਾਂ ਮਹਾਂਪੁਰਖਾਂ ਦੀ ਚੜ੍ਹਦੀ ਕਲਾ ਵਾਸਤੇ ਤੇ ਸਭਨਾਂ ਨੂੰ ਜੀਓ ਆਇਆਂ ਕਹਿੰਦੇ ਆ। ਇੱਕ ਜਕਾਰਾ ਗੱਜ ਕੇ ਚੜ੍ਹਦੀ ਕਲਾ ਵਿੱਚ ਲਾਓ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਕਿਰਪਾ ਕਰੋ, ਸਾਰਿਆਂ ਨੂੰ ਜੀਓ ਆਇਆਂ। ਧਿਆਨ ਜੋੜ ਕੇ ਰੱਖਿਓ, ਹੋਲਾ ਮਹੱਲਾ 10 ਤਰੀਕ ਨੂੰ ਮਨਾਇਆ ਗਿਆ। ਗੱਲ ਆਪਾਂ ਉਧਰ ਨੂੰ ਲੈ ਕੇ ਚੱਲਾਂਗੇ। ਜਿਹੜੀ ਗੱਲ ਛੇੜੀ ਹੈ, ਬਾਬਾ ਦੀਪ ਸਿੰਘ ਨੇ ਅੰਮ੍ਰਿਤ ਛਕਿਆ 1700 ਦੀ ਵਿਸਾਖੀ ਤੇ ਅੱਜ ਦਾ ਨੌਜਵਾਨ ਗਿਆ ਜ਼ਰੂਰ ਅਨੰਦਪੁਰ ਸਾਹਿਬ। ਕੌਮ ਦਾ ਢਾਡੀ ਹੋਣ ਦੇ ਨਾਤੇ ਤੇ ਸੱਚ ਬਿਆਨ ਕਰਨਾ ਪਵੇਗਾ, ਪਰ ਹੈ ਬੜਾ ਔਖਾ। ਜੇ ਸੱਚ ਕਹਿਣਾ ਵੀ ਤੇ ਸੁਣਨਾ ਵੀ ਬੜਾ ਔਖਾ ਹੈ। ਅੱਜ ਦਾ ਨੌਜਵਾਨ ਚੱਲਿਆ ਕਿੱਥੇ ਹੈ? ਹੋਲਾ ਮਹੱਲਾ ਆਨੰਦਪੁਰ ਸਾਹਿਬ ਵੇਖਣ ਵਾਸਤੇ। ਪਰ ਹੈਗੇ ਆ ਵਿੱਚ 20% ਉਹ ਜਿਹੜੇ ਦਾੜੇ ਸਜਾ ਕੇ, ਜਿਹੜੇ ਸਿਰਾਂ ਤੇ ਦਸਤਾਰੇ ਸਜਾ ਕੇ, ਦਮਾਲੇ ਸਜਾ ਕੇ ਚੜ੍ਹਦੀ ਕਲਾ ਵਾਲੇ ਸੂਰਮੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਨਤਮਸਤਕ ਹੋਣ ਵਾਸਤੇ ਗਏ। 20% ਹੈਗੇ ਆ ਜਿਹੜੇ ਉਹ ਗਏ ਜਿਨ੍ਹਾਂ ਨੇ ਕੇਸਾਂ ਦੇ ਗੜ੍ਹ ਅੰਦਰ ਜਾ ਕੇ ਧੰਨ ਗੁਰੂ ਗੋਬਿੰਦ ਸਿੰਘ ਦੇ ਸ਼ੁਕਰਾਨੇ ਵਜੋਂ ਅਰਦਾਸਾਂ ਕੀਤੀਆਂ। ਮੈਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ। ਪਰ 80% ਪਤਾ ਕੌਣ ਗਏ? 80% ਉਹ ਗਏ ਜਿਨ੍ਹਾਂ ਹੋਲਿਆਂ ਤੋਂ ਪਹਿਲਾਂ 4-5 ਦਿਨ ਪਹਿਲਾਂ ਚੰਗੀ ਤਰ੍ਹਾਂ ਦਾੜੀ 0 ਨੰਬਰ ਦੀ ਮਸ਼ੀਨ ਲਾਈ, ਮੁੱਛਾਂ ਵੀ ਨਾ ਰਹਿਣ ਦਿੱਤੀਆਂ,
ਤੇ ਬੁਲਟ ਦੇ ਅੱਗੇ ਵੱਡਾ ਝੰਡਾ ਲਾ ਲਿਆ। ਵੇਖੋ ਅਸੀਂ ਕੰਮ ਕੀ ਕਰਦੇ ਹਾਂ, ਮਾਫ ਕਰ ਦੇਣਾ ਕਈ ਨੌਜਵਾਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ, ਪਰ ਸਾਡਾ ਕੰਮ ਹੈ ਅਸੀਂ ਪ੍ਰਚਾਰਕ ਹਾਂ, ਸੱਚ ਬਿਆਨ ਕਰੀਏ। ਕੱਲਾ ਇਹ ਨਹੀਂ ਵੀ ਪੈਸੇ ਇਕੱਠੇ ਕੀਤੇ ਤੇ ਆਪਣੇ ਘਰ ਨੂੰ ਚਲੇ ਗਏ। ਅੱਜ ਦਾ ਨੌਜਵਾਨ ਬੁਲਟ ਅੱਗੇ ਲਾਇਆ ਵੱਡਾ ਸਾਰਾ ਝੰਡਾ, ਨਿਸ਼ਾਨ ਸਾਹਿਬ, ਤੇ ਦਾੜੀ ਨਹੀਂ ਰਹਿਣ ਦਿੱਤੀ ਮੁੱਖ ਤੇ, ਮੁੱਛਾਂ ਨਹੀਂ ਰਹਿਣ ਦਿੱਤੀਆਂ, ਸਿਰ ਵੀ ਕੱਟ ਲਿਆ, ਬੋਦੇ ਕਰ ਲਏ। ਤੇ ਫਿਰ ਉਦਣ ਗੁਰੂ ਨੂੰ ਥੋੜਾ ਜਿਹਾ ਭੁਲੇਖਾ ਪਾਉਣ ਵਾਸਤੇ ਖੱਟਾ ਪਰਨਾ ਸਿਰ ਤੇ ਬੰਨ ਲਿਆ ਪੀਲੇ ਰੰਗ ਦਾ, ਤੇ 3 ਜਣੇ ਸਵਾਰ ਹੋ ਗਏ, 2 ਜਣੇ ਸਵਾਰ ਹੋ ਗਏ, ਬੁਲਟ ਦੇ ਪਟਾਕੇ ਪਾਉਂਦੇ ਅਨੰਦਪੁਰ ਸਾਹਿਬ ਗਏ। ਨਾ ਕੇਸਾਂ ਦੇ ਗੜ ਵਿੱਚ ਖਲੋ ਕੇ ਅਰਦਾਸ ਕੀਤੀ। ਇਹ ਮੈਂ ਨਹੀਂ ਜੇ ਕਹਿ ਰਿਹਾ, ਨੈਟ ਬੋਲ ਰਿਹਾ, ਤੁਸੀਂ ਵੇਖੋ ਇੱਥੇ ਵੀ ਸਾਡੇ ਵੀਰ ਪੱਤਰਕਾਰ ਆਏ ਆ, ਤੇ ਉੱਥੇ ਇੱਕ ਪੱਤਰਕਾਰ ਵੀਰ ਪੁੱਛ ਰਿਹਾ ਨੌਜਵਾਨ ਦੇ ਅੱਗੇ ਮਾਈਕ ਕਰਕੇ, ਉਹ ਕਹਿੰਦਾ ਜਿਹੜੀ ਧਰਤੀ ਅੰਦਰ ਆਏ ਉਹਦਾ ਨਾਂ ਕੀ ਹੈ, ਜਿੱਥੇ ਮੱਥਾ ਟੇਕਣਾ, ਸੁਣਿਓ ਮੇਰੇ ਵੀਰ, ਇਹਦਾ ਨਾਂ ਕੀ ਹੈ। ਜਦੋਂ ਇਹ ਗੱਲ ਪੁੱਛੀ ਤੇ ਉਹ ਅੱਗੋਂ ਨੌਜਵਾਨ ਕਹਿੰਦਾ ਇਹਨੂੰ ਅਨੰਦਪੁਰ ਸਾਹਿਬ ਕਹਿੰਦੇ, ਅਸੀਂ ਅਨੰਦਪੁਰ ਸਾਹਿਬ ਮੱਥਾ ਟੇਕਣ ਆਏ। ਉਹ ਪੱਤਰਕਾਰ ਵੀਰ ਅੱਗੋਂ ਸਵਾਲ ਕਰਦਾ ਵੀ ਅਨੰਦਪੁਰ ਸਾਹਿਬ ਤੇ ਸ਼ਹਿਰ ਦਾ ਨਾਂ ਹੈ, ਅਨੰਦਪੁਰ ਸਾਹਿਬ ਤੇ ਸ਼ਹਿਰ ਦਾ ਨਾਂ ਹੈ, ਜਿਹੜੀ ਧਰਤੀ ਨੂੰ ਮੱਥਾ ਟੇਕਣ ਆਏ ਉਹਦਾ ਨਾਂ ਕੀ ਹੈ। ਵਿੱਚੋਂ ਕਿਸੇ ਨੂੰ ਨਾਂ ਨਹੀਂ ਆਇਆ। ਇੱਕ ਨੇ ਦੱਸਿਆ ਜਿਹਨੂੰ ਕੇਸਗੜ੍ਹ ਸਾਹਿਬ ਕਹਿੰਦੇ। ਚਲੋ ਉਹਨੇ ਦੱਸਿਆ ਭਈ ਕੇਸਗੜ੍ਹ ਸਾਹਿਬ ਕਹਿੰਦੇ ਆ। ਉਹਨੇ ਆਖਿਆ ਦਾ ਮਤਲਬ ਕੀ ਬਣਦਾ ਹੈ, ਨਹੀਂ ਪਤਾ। ਜਦੋਂ ਇਹੋ ਜੀ ਗੱਲ ਅਸੀਂ ਸੁਣਦੇ ਆ ਮੀਡੀਆ ਤੇ, ਦੁਹਾਈ ਰੱਬ ਦੀ ਮੱਥੇ ਉੱਤੇ ਹੱਥ ਮਾਰ ਕੇ ਭੁੱਬਾਂ ਨਿਕਲ ਜਾਂਦੀਆਂ ਨੇ ਵੀ ਅਸੀਂ ਰੋਜ਼ ਢਿੱਡ ਨੂੰ ਵਟਣੇ ਦੇ ਦੇ ਕੇ ਪ੍ਰਚਾਰ ਕਰਦੇ ਆਂ, ਪਰ ਪਤਾ ਨਹੀਂ ਕਿੱਥੇ ਗੱਲ ਪਈ ਜਾਂਦੀ ਹੈ। ਇਹਨਾਂ ਨੌਜਵਾਨਾਂ ਦੇ ਹਿਰਦੇ ਤੱਕ ਸਾਡਾ ਅਜੇ ਤੱਕ ਮੈਸੇਜ ਪਹੁੰਚਿਆ ਹੀ ਨਹੀਂ। ਅਸੀਂ ਕਿੱਧਰ ਨੂੰ ਜੁੜ ਗਏ। ਆ ਕਿੱਡਾ ਵੱਡਾ ਉਪਰਾਲਾ ਕੀਤਾ ਬਾਬਾ ਜੋਗਾ ਸਿੰਘ ਹੋਰਾਂ ਨੇ, ਕਿੱਡਾ ਵੱਡਾ ਉਦਮ ਹੈ। ਕੱਲ ਦਾ ਦੀਵਾਨ ਸਜਿਆ, ਅੱਜ ਦਾ ਸਜਿਆ, ਲੱਖਾਂ ਰੁਪਏ ਲੱਗਦੇ ਆ ਗੁਰੂ ਕੇ ਲੰਗਰਾਂ ਵਾਸਤੇ, ਦੀਵਾਨਾਂ ਵਾਸਤੇ। ਕੰਮ ਸੌਖਾ ਨਹੀਂ ਤੇ ਮਕਸਦ ਇੱਕੋ ਹੀ ਹੈ। ਆ ਦਸਤਾਰ ਮੁਕਾਬਲਾ ਵੀ ਹੋਇਆ ਅੱਜ, ਤੇ ਵੀ ਮਹਾਂਪੁਰਖਾਂ ਦੀ ਨਿੱਗਰ ਸੋਚ ਹੈ। ਏਡਾ ਵੱਡਾ ਉਪਰਾਲਾ ਕਰਨਾ, ਇੰਨੀ ਮਾਇਆ ਖਰਚਣੀ, ਤੇ ਕਾਹਦੇ ਵਾਸਤੇ ਹੈ ਭਈ ਸਾਡੀ ਪੀੜ੍ਹੀ ਧੰਨ ਗੁਰੂ ਗ੍ਰੰਥ ਸਾਹਿਬ ਨਾਲ। ਉਪਰਾਲਾ ਇਹ ਹੈ ਕਿ ਸਾਡੀ ਪੀੜ੍ਹੀ ਧੰਨ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਏ, ਸਾਡੀ ਪੀੜ੍ਹੀ ਸਿੱਖੀ ਨਾਲ ਜੁੜ ਜਾਏ। ਅੱਜ ਦਾ ਨੌਜਵਾਨ ਦਸਤਾਰ ਨਾਲ ਪਿਆਰ ਕਰਨ ਲੱਗ ਜਾਏ। ਅੱਜ ਜਿੰਨੇ ਬੱਚੇ ਆਏ ਦਸਤਾਰ ਮੁਕਾਬਲੇ 'ਚ ਭਾਗ ਲੈ ਕੇ, ਮੈਂ ਇਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਾ। ਮੈਂ ਇਹਨਾਂ ਬੱਚਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ। ਇੱਕ ਮੁੰਡੇ ਨੂੰ ਪੱਤਰਕਾਰ ਪੁੱਛ ਰਿਹਾ, ਕਹਿੰਦਾ ਦੱਸੋ ਆਨੰਦਪੁਰ ਸਾਹਿਬ ਆਏ ਹੋ, ਕੇਸਗੜ੍ਹ ਸਾਹਿਬ ਮੱਥਾ ਟੇਕਣ, ਇਥੋਂ ਦਾ ਇਤਿਹਾਸ ਕੀ ਹੈ? ਤੂੰ ਅੱਗੋਂ ਪਤਾ ਕੀ ਕਹਿੰਦਾ? ਉਹ ਕਹਿੰਦਾ ਜੀ ਅਸੀਂ ਕੋਈ ਪ੍ਰਚਾਰਕ ਨਹੀਂ, ਜੇ ਸਾਨੂੰ ਪੁੱਛਣਾ ਤੇ ਟਰਾਲੀ ਬਾਰੇ ਪੁੱਛੋ, ਜਿਹੜੀ ਟਰਾਲੀ ਲੈ ਕੇ ਗਏ ਨਾ। ਅਸੀਂ 5-7 ਕੁਆਂਟਲ ਲੋਹੇ ਨਾਲ ਜੁੜ ਗਏ ਆ, ਪਰ ਅਸੀਂ ਗੁਰੂ ਨੂੰ ਭੁੱਲ ਗਏ। ਕਹਿੰਦਾ ਮੈਨੂੰ ਪੁੱਛੋ ਟਰਾਲੀ ਬਾਰੇ, ਮੈਨੂੰ ਪੁੱਛੋ ਸਾਡੇ ਪਿੰਡ ਬਾਰੇ, ਸਾਨੂੰ ਪੁੱਛਣਾ ਤੇ ਸਾਡੇ ਇਲਾਕੇ ਬਾਰੇ ਪੁੱਛੋ। ਤੇ ਮੇਰੇ ਮਨ ਵਿੱਚ ਵਿਚਾਰ ਆਈ ਵੀ ਜਿਹੜਾ ਬਹੁਤਾ ਚਬੜ ਕਰਦਾ ਹੈ ਨਾ, ਜੇ ਕਿਤੇ ਪੱਤਰਕਾਰ ਇਹਨੂੰ ਅੱਗੋਂ ਇਹ ਪੁੱਛੇ ਨਾ ਵੀ ਤੇਰੇ ਜ਼ਿਲ੍ਹੇ 'ਚ ਪਿੰਡ ਕਿੰਨੇ ਆਉਂਦੇ ਆ, ਤੇ ਸੁੱਖ ਨਾਲ ਇਹਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਸਾਡੇ ਜ਼ਿਲ੍ਹੇ ਵਿੱਚ ਪਿੰਡ ਕਿੰਨੇ ਆ। ਤੇ ਜੇ ਕਿਤੇ ਦੂਜਾ ਸਵਾਲ ਪੱਤਰਕਾਰ ਵੀਰ ਇਹ ਕਰੇ ਭਈ ਤੇਰੇ ਪਿੰਡ ਦੀ ਵੋਟ ਕਿੰਨੀ ਆ, ਦੱਸ ਭਲਿਆ ਲੋਕਾਂ, ਤੇ ਸ਼ਾਇਦ ਇਹਨੂੰ ਇਹ ਵੀ ਨਹੀਂ ਪਤਾ ਹੋਣਾ। ਕੱਲਾ ਏਸੀ ਲਾ ਲੈਣਾ ਟਰਾਲੀ ਵਿੱਚ, ਕੱਲੀ LCD ਲਾ ਲੈਣੀ ਟਰਾਲੀ ਵਿੱਚ, ਤੇ ਪੀਲੇ ਪਰਨੇ ਸਿਰਾਂ ਤੇ ਬੰਨ ਕੇ ਚੱਲੇ ਆ ਆਨੰਦਪੁਰ ਸਾਹਿਬ ਦੀ ਧਰਤੀ ਨਾਲ। ਇਹਨੂੰ ਹੋਲਾ ਮਹੱਲਾ ਮਨਾਉਣਾ ਨਹੀਂ ਕਹਿੰਦੇ। ਖਾਲਸਾ ਜੀ, ਚਾਹੀਦਾ ਇਹ ਸੀ ਕਿ ਆਨੰਦਪੁਰ ਸਾਹਿਬ ਦੀ ਧਰਤੀ ਅੰਦਰ ਜਾ ਕੇ ਅੱਜ ਦਾ ਨੌਜਵਾਨ ਗੁਰੂ ਦੇ ਸਨਮੁਖ ਹੋ ਕੇ ਦੋਵੇਂ ਹੱਥ ਜੋੜ ਕੇ ਗੁਰੂ ਦਾ ਧੰਨਵਾਦ ਕਰਦਾ। ਪਾਤਸ਼ਾਹ ਤੁਸਾਂ ਆਪਣੇ 4 ਪੁੱਤਰ ਕੁਰਬਾਨ ਕੀਤੇ, ਪਾਤਸ਼ਾਹ ਮਾਤਾ ਪਿਤਾ ਧਰਮ ਤੋਂ ਵਾਰ ਦਿੱਤੇ, ਗਰੀਬ ਨਵਾਜ਼ 27 ਮੈਂਬਰ ਆਪਣੇ ਪਰਿਵਾਰ ਦੇ, ਆਪਣੇ ਖਾਨਦਾਨ ਦੇ ਕੁਰਬਾਨ ਕਰਕੇ ਸਾਨੂੰ ਸਰਦਾਰੀ ਦਿੱਤੀ। ਮਹਾਰਾਜ ਮੈਂ ਤੁਹਾਡੇ ਚਰਨਾਂ ਵਿੱਚ ਕੇਸਗੜ੍ਹ ਦੀ ਧਰਤੀ ਨੂੰ ਮੱਥਾ ਟੇਕ ਕੇ ਧੰਨਵਾਦ ਕਰਨ ਵਾਸਤੇ ਆਇਆ ਕਿ ਗੁਰੂ ਗੋਬਿੰਦ ਸਿੰਘ ਜੀ ਤੁਸਾਂ ਹਿੰਦ ਦੀ ਲਾਜ ਬਚਾਈ, ਸਾਨੂੰ ਜਿਉਣ ਜੋਗੇ ਬਣਾਇਆ। ਇਹ ਨਹੀਂ ਕਿਸੇ ਨੇ। ਅੱਜ ਦਾ ਨੌਜਵਾਨ ਜਾਵੇ ਜ਼ਰੂਰ, ਪਰ 20 ਰੁਪਈਆਂ ਦਾ ਘੁੱਗੂ ਲੈ ਕੇ ਮੇਲੇ ਵਿੱਚ ਵਜਾ ਕੇ ਧੰਨ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਦਾ ਮਜ਼ਾਕ ਨਾ ਉਡਾਉਣ ਜਾਏ। ਆਹ ਦੀਵਾਨ ਸੱਜੇ ਹੁੰਦੇ ਤੇ ਉੱਥੇ ਬੈਠੇ ਹੁੰਦੇ 100 ਜਾਂ 200 ਬੰਦਾ, ਲੱਖਾਂ ਨਾਲ ਲੋਕ ਗਏ ਅਨੰਦਪੁਰ ਸਾਹਿਬ, ਤੇ ਦੀਵਾਨਾਂ ਵਿੱਚ ਕਿੰਨੇ 250 ਬੰਦਾ ਬੈਠਾ।
ਢਾਡੀ ਇਤਿਹਾਸ ਸੁਣਾ ਰਿਹਾ। ਹੁਣ ਸਾਡਾ ਕੀ ਕਸੂਰ ਹੈ ਬਈ, ਅਸੀਂ ਤੇ ਸੁਣਾ ਰਹੇ ਹਾਂ। ਜੇ ਕੋਈ ਨਹੀਂ ਸੁਣਦਾ ਤੇ ਉਹਦੀ ਮਰਜ਼ੀ ਹੈ। ਖਾਲਸਾ ਜੀ ਅੱਜ ਲੋੜ ਹੈ ਕਿ ਸਭ ਤੋਂ ਪਹਿਲਾਂ ਅਸੀਂ ਆਪਣਾ ਇਤਿਹਾਸ ਪੜ੍ਹੀਏ, ਵਿਚਾਰੀਏ, ਸੁਣੀਏ। ਦੂਜੇ ਨੰਬਰ ਤੇ ਅਸੀਂ ਬਾਣੀ ਤੇ ਬਾਣੇ ਨਾਲ ਪਿਆਰ ਕਰੀਏ। ਜੇ ਇਹ ਚੀਜ਼ਾਂ ਸਾਡੇ ਅੰਦਰ ਆ ਜਾਣ ਤੇ ਫਿਰ ਬਾਰ-ਬਾਰ ਕਹਿਣ ਦੀ ਲੋੜ ਨਹੀਂ ਪੈਣੀ, ਆਓ ਸਿੱਖੀ ਵੀ ਸ਼ਾਮਲ ਹੋ ਜਾਓ, ਸਿੱਖੀ ਵਿੱਚ ਸ਼ਾਮਲ ਹੋ ਜਾਓ, ਫਿਰ ਤੇ ਚੜ੍ਹਦੀ ਕਲਾ ਹੋ ਗਈ ਹੈ। ਬੇਨਤੀ ਕਰਾਂ, ਅਨੰਦਪੁਰ ਸਾਹਿਬ ਦੀ ਧਰਤੀ ਅੰਦਰ ਮੇਰੇ ਕਲਗੀਧਰ ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ। ਆ ਸੁਣਿਓ ਜਰਾ, ਕਿੱਡੀਆਂ ਕੁਰਬਾਨੀਆਂ ਕੀਤੀਆਂ ਮਹਾਰਾਜ ਨੇ, ਕਿੱਡੇ ਵੱਡੇ ਸਾਨੂੰ ਸੁੱਖ ਵੰਡੇ ਔਰ ਕਿੱਡਾ ਵੱਡਾ ਜ਼ਬਰ ਤੇ ਜ਼ੁਲਮ ਦਾ ਟਾਕਰਾ ਕਰਦੇ ਰਹੇ। ਆਨੰਦਪੁਰ ਸਾਹਿਬ ਦੀ ਧਰਤੀ ਅੰਦਰ ਇੱਕ ਬੰਦਾ ਪਹੁੰਚਿਆ, ਐਲਚੀ ਨੇ ਹੱਥ ਵਿੱਚ ਚਿੱਠੀ ਫੜੀ ਹੈ ਤੇ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਲਿਆ ਕੇ ਪੇਸ਼ ਕਰ ਦਿੱਤੀ ਹੈ। ਮਹਾਰਾਜ ਨੇ ਚਿੱਠੀ ਪੜ੍ਹਨੀ ਸ਼ੁਰੂ ਕੀਤੀ। ਉਹ ਚਿੱਠੀ ਜਿਉਂ-ਜਿਉਂ ਪੜ੍ਹੀ ਜਾਂਦੇ ਆ ਤਿਉਂ-ਤਿਉਂ ਮਹਾਰਾਜ ਦੀਆਂ ਅੱਖਾਂ ਵਿੱਚ ਖੂਨ ਉਤਰਦਾ ਆਉਂਦਾ, ਤਿਉਂ-ਤਿਉਂ ਮਹਾਰਾਜ ਦੇ ਡੌਲੇ ਫਰਕ ਰਹੇ ਸਨ। ਤੇ ਸੰਗਤ ਵੀ ਹੈਰਾਨੀ ਵਿੱਚ ਪੈ ਗਈ ਵੀ ਚਿੱਠੀ ਵਿੱਚ ਲਿਖਿਆ ਕੀ ਹੈ। ਮਹਾਰਾਜ ਜੀ ਇਹਨੇ ਵੀਰ ਰਸ ਵਿੱਚ ਆ ਗਿਆ। ਆ ਸੁਣਿਓ, ਚਿੱਠੀ ਵਿੱਚ ਲਿਖਿਆ, ਐ ਹਿੰਦ ਦੇ ਪੀਰ ਗੋਬਿੰਦ ਸਿੰਘ, ਆ ਜਿਹੜੀ ਧਰਤੀ ਉੱਤੇ ਤੁਸਾਂ ਨੇ ਡੇਰਾ ਲਾਇਆ ਹੈ ਨਾ, ਇਹ ਧਰਤੀ ਤੁਹਾਡੇ ਬਾਪ ਨੇ ਕਿਰਾਏ ਤੇ ਲਈ ਆ, ਸਾਨੂੰ ਕਿਰਾਇਆ ਨਹੀਂ ਮਿਲਿਆ, ਕਿਰਾਇਆ ਦਿਓ। ਇਹ ਭੀਮ ਚੰਦ ਕਹਿੰਦਾ ਜੀ, ਬਲਾਸਪੁਰ ਦੀ ਰਿਆਸਤ ਦਾ ਮਾਲਕ, 22 ਧਾਰ ਦੇ ਰਾਜਿਆਂ ਦਾ ਮੁਖੀ, ਕਹਿੰਦਾ ਸਾਨੂੰ ਕਿਰਾਇਆ ਨਹੀਂ ਮਿਲਿਆ, ਇਹ ਧਰਤੀ ਤੁਹਾਡੇ ਬਾਪ ਨੇ ਕਿਰਾਏ ਤੇ ਲਈ ਹੈ। ਤੇ ਦੂਜੀ ਗੱਲ, ਗੋਬਿੰਦ ਸਿੰਘਾ, ਜੇ ਕਿਰਾਇਆ ਨਹੀਂ ਦੇਣਾ ਇਸ ਧਰਤੀ ਨੂੰ ਫੌਰਨ ਖਾਲੀ ਕਰੋ। ਜੇ ਖਾਲੀ ਵੀ ਨਹੀਂ ਕਰਨਾ ਤੇ ਲੜਨ ਵਾਸਤੇ ਤਿਆਰ ਹੋ ਜਾ, ਮੈਂ ਫੌਜਾਂ ਲੈ ਕੇ ਆ ਰਿਹਾ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਆਵਾਜ਼ ਮਾਰੀ ਪੰਜਾਂ ਪਿਆਰਿਆਂ ਦੇ ਮੁਖੀ ਭਾਈ ਦਇਆ ਸਿੰਘ ਜੀ ਨੂੰ। ਕਹਿੰਦੇ ਦਇਆ ਸਿੰਘ ਜੀ ਜਰਾ ਨੇੜੇ ਆਓ। ਮਹਾਰਾਜ ਜੀ ਕੀ ਹੁਕਮ ਹੈ? ਸੱਚੇ ਪਾਤਸ਼ਾਹ ਕਹਿੰਦੇ ਇਸੇ ਚਿੱਠੀ ਦੇ ਪਿਛਲੇ ਪਾਸੇ ਉੱਤਰ ਲਿਖੋ। ਮਹਾਰਾਜ ਇਕੱਲੇ ਸੰਤੀ ਨਹੀਂ, ਸਿਪਾਹੀ ਵੀ, ਤੇ ਇਹ ਗੁਣ ਹੋਣੇ ਚਾਹੀਦੇ ਆ। ਲੋੜ ਪਵੇ ਤੇ ਸੰਤ ਪੁਣਾ ਵਿਖਾਉਣਾ, ਲੋੜ ਪਵੇ ਤੇ ਸੰਤ ਪੁਣਾ ਹੋਣਾ ਚਾਹੀਦਾ, ਜ਼ਰੂਰੀ ਹੈ। ਪਹਿਲਾਂ ਭਗਤੀ ਹੈ ਤੇ ਫਿਰ ਜੇ ਲੋੜ ਪਵੇ ਤਾਂ ਸ਼ਕਤੀ ਵੀ ਵਿਖਾਉਣੀ ਪੈਂਦੀ ਹੈ। ਲੋੜ ਪਵੇ ਸੰਤ ਪੁਣਾ, ਤੇ ਜੇ ਕਿਤੇ ਸਾਧ ਸੰਗਤ ਸਾਡੇ ਉੱਤੇ ਕੋਈ ਧੱਕੇਸ਼ਾਹੀ ਕਰੇ, ਜੇ ਕੋਈ ਐਸ ਘਰ ਨੂੰ ਵੰਗਾਰੇ, ਤੇ ਫਿਰ ਸਾਧ ਪੁਣੇ ਤੋਂ ਅੱਗੇ ਸਿਪਾਹੀ ਵੀ, ਉਹਦੇ ਹਿਰਦੇ ਵਿੱਚ ਜੋਸ਼ ਵੀਰਤਾ ਹੋਣੀ ਚਾਹੀਦੀ। ਸੰਤ ਪੁਣੇ ਤੋਂ ਅੱਗੇ ਸਿਪਾਹੀ ਵੀਰਤਾ ਵੀ ਹੋਣੀ ਚਾਹੀਦੀ। ਮੈਂ ਬੇਨਤੀ ਕਰਾਂ, ਗੁਰੂ ਗੋਬਿੰਦ ਸਿੰਘ ਬਾਰੇ ਕਹਿੰਦੇ ਇਸੇ ਚਿੱਠੀ ਦੇ ਪਿੱਛੇ ਲਿਖੋ। ਮਹਾਰਾਜ ਜੀ ਕੀ ਲਿਖੀਏ? ਆਖਿਆ ਲਿਖੋ, ਨੀਚ ਭੀਮ ਚੰਦਾ। ਆ ਕੱਲ ਸਾਡੇ ਪਿਤਾ ਜੀ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਦਿੱਲੀ ਚਾਂਦਨੀ ਚੌਕ ਵਿੱਚ। ਤੂੰ ਕਿੱਥੇ ਸੀ? ਐਡਾ ਵੱਡਾ ਬੱਬਰ ਸ਼ੇਰ ਕਿਹੜੇ ਘੋਰਨੇ ਵਿੱਚ ਲੁਕਿਆ ਰਿਹਾ? ਤੂੰ ਉਦੋਂ ਨਾ ਬੜਕ ਮਾਰੀ। ਭੀਮ ਚੰਦਾ, ਮੇਰੇ ਦਾਦੇ ਨੇ ਤੇਰੇ ਦਾਦਿਆਂ ਪੜਦਾਦਿਆਂ ਨੂੰ ਗਵਾਲੀਅਰ ਦੀ ਕੈਦ ਵਿੱਚੋਂ ਰਿਹਾ ਕਰਵਾ ਕੇ ਲਿਆਂਦਾ। ਤੂੰ ਉਦੋਂ ਕਿਹੜੇ ਰੁੱਡ ਵਿੱਚ ਵੜਿਆ ਬੈਠਾ ਰਿਹਾ? ਅੱਜ ਸਾਨੂੰ ਲਲਕਾਰੇ ਮਾਰਦਾ, ਚਿੱਠੀਆਂ ਭੇਜਦਾ। ਯਾਦ ਰੱਖੀ ਭੀਮ ਚੰਦਾ, ਇਹ ਧਰਤੀ ਕਿਰਾਏ ਤੇ ਨਹੀਂ, ਇਹ ਧਰਤੀ ਮੁੱਲ ਲਈ ਆ, ਮੁੱਲ। ਸਨਮਾਨਯੋਗ ਸਤਿਕਾਰਯੋਗ ਸਾਧ ਸੰਗਤ, ਸੁਣਨ ਵਾਲੀਆਂ ਭੈਣਾਂ ਤੇ ਵੀਰ ਬੈਠੇ ਆ, ਨੋਟ ਰੱਖਿਆ ਕਰੋ। ਰਾਜਾ ਦੀਪ ਚੰਦ ਗੜਵਾਲ ਦਾ ਰਾਜਾ, ਉਹਨੂੰ 2700 ਸੋਨੇ ਦੀਆਂ ਮੋਹਰਾਂ ਦੇ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਧਰਤੀ ਮੁੱਲ ਖਰੀਦੀ ਹੈ, ਐਵੇਂ ਨਹੀਂ ਮੱਲੀ। ਨੋਟ ਰੱਖਿਓ, 2700 ਸੋਨੇ ਦੀਆਂ ਮੋਹਰਾਂ ਦਿੱਤੀਆਂ ਦੀਪ ਚੰਦ ਨੂੰ, ਤੇ ਧਰਤੀ ਮੁੱਲ ਲਈ ਹੈ। ਮਹਾਰਾਜ ਜੀ ਕਹਿੰਦੇ ਉਹ ਕਿਰਾਇਆ ਕਾਹਦਾ ਮੰਗਦਾ? ਦੂਜੀ ਗੱਲ, ਭੀਮ ਚੰਦਾ, ਤੂੰ ਕਹਿੰਦਾ ਇਸ ਧਰਤੀ ਨੂੰ ਖਾਲੀ ਕਰੋ। ਧਰਤੀ ਖਾਲੀ ਕਰਨ ਵਾਸਤੇ ਨਹੀਂ ਵਸਾਈ, ਇੱਥੇ ਹੀ ਨੀਲੇ ਦੀਆਂ ਟਾਪਾਂ ਸੁਣਾਈ ਦੇਣਗੀਆਂ, ਇੱਥੇ ਹੀ ਖਾਲਸੇ ਦੇ ਨਾਰੇ ਗੂੰਜਣਗੇ, ਰਾਜ ਕਰੇਗਾ ਖਾਲਸਾ, ਇੱਥੇ ਹੀ ਗੁਰੂ ਨਾਨਕ ਦੀ ਜੋਤ ਜਗੇਗੀ। ਤੇ ਤੀਜੀ ਗੱਲ, ਭੀਮ ਚੰਦਾ, ਤੂੰ ਕਹਿੰਦਾ ਮੈਂ ਲੜਨ ਵਾਸਤੇ ਆ ਰਿਹਾ, ਫੌਜਾਂ ਲੈ ਕੇ ਤਿਆਰ ਹੋ ਜਾ, ਅਸਾਂ ਕੋ ਵੰਗਾ ਪੈਣੀਆਂ। ਮਹਾਰਾਜ ਜੀ ਕਹਿੰਦੇ ਜਦੋਂ ਤੂੰ ਆਵੇਂਗਾ ਆਨੰਦਪੁਰ ਸਾਹਿਬ ਦੀ ਧਰਤੀ ਵੱਲ ਨੂੰ, ਯਾਦ ਰੱਖੀ, ਉਹ ਭੀਮ ਚੰਦਾ ਤੈਨੂੰ ਕਿਰਾਇਆ ਭਾਵੇਂ ਨਾ ਮਿਲੇ, ਪਰ ਜਦੋਂ ਫੌਜਾਂ ਲੈ ਕੇ ਵਧੇਗਾ ਆਨੰਦਪੁਰ ਸਾਹਿਬ ਦੀ ਧਰਤੀ ਵੱਲ ਨੂੰ, ਤੇਰੀ ਛਾਤੀ ਵਿੱਚੋਂ ਛਾਂ-ਛਾਂ ਕਰਦੇ ਤੀਰ ਜ਼ਰੂਰ ਪਾਰ ਕੱਢਾਂਗਾ।
ਮਹਾਰਾਜ ਨੇ ਜਦੋਂ ਇੱਟ ਦਾ ਜਵਾਬ ਦਿੱਤਾ ਨਾ ਪੱਥਰ ਦੇ ਨਾਲ, ਤੇ ਭੀਮ ਚੰਦ ਚਿੱਠੀ ਪੜ੍ਹ ਕੇ ਕੰਬ ਗਿਆ। ਉਹਨੂੰ ਆਈਆਂ ਤਰੇਲੀਆਂ, ਉਹਨੇ ਸੁਨੇਹਾ ਭੇਜਿਆ ਔਰੰਗਜ਼ੇਬ ਬਾਦਸ਼ਾਹ ਨੂੰ ਦਿੱਲੀ ਵਿੱਚ। ਔਰੰਗਜ਼ੇਬ ਬਾਦਸ਼ਾਹ ਹੁਣ ਐਲਾਨ ਕਰਦਾ ਹੈ, ਕਹਿੰਦਾ ਉੱਠੇ ਕੋਈ ਸੂਰਮਾ ਜਿਹੜਾ ਜਾਵੇ ਗੁਰੂ ਗੋਬਿੰਦ ਸਿੰਘ ਨੂੰ ਜੰਜੀਰਾਂ ਵਿੱਚ ਜਕੜ ਕੇ ਉਹਨੂੰ ਜਿਉਂਦੇ ਨੂੰ ਬੰਨ੍ਹ ਕੇ ਮੇਰੇ ਦਰਬਾਰ ਵਿੱਚ ਪੇਸ਼ ਕਰੇ, ਮੈਂ ਹਿੰਦੁਸਤਾਨ ਦੇ ਰਾਜ ਦਾ ਚੌਥਾ ਹਿੱਸਾ ਦਵਾਂਗਾ। ਜਦੋਂ ਇਹ ਹੋ ਗਿਆ ਐਲਾਨ, ਉਹਦੀ ਫੌਜ ਵਿੱਚੋਂ ਉੱਠਿਆ ਇੱਕ ਨੌਜਵਾਨ, ਗੱਜ ਚੌੜੀ ਛਾਤੀ ਹੈ, ਉੱਚਾ ਲੰਮਾ ਕੱਦ ਸੀ, ਆਪਣੇ ਆਪ ਨੂੰ ਬੜਾ ਵੱਡਾ ਸੂਰਮਾ ਖਵਾਉਣ ਵਾਲਾ, ਉੱਠ ਕੇ ਛਾਤੀ ਤੇ ਹੱਥ ਮਾਰ ਕੇ ਪੈਂਡੇ ਖਾਨ, ਭੁੱਲ ਨਾ ਜਾਇਓ ਪੈਂਡੇ ਖਾਨ ਇਹਦਾ ਨਾਮ ਹੈ, ਤੇ ਇੱਕ ਨਾਲ ਹੋਰ ਉੱਠ ਖਲੋਤਾ, ਉਹਦਾ ਨਾਮ ਹੈ ਅਦੀਨਾ ਬੇਗ। ਇਹ ਦੋਨੇ ਜਰਨੈਲ ਖਲੋ ਕੇ ਭਰੀ ਸਭਾ ਵਿੱਚ ਕਹਿੰਦੇ ਜੀ ਅਸੀਂ ਜਾਵਾਂਗੇ ਤੇ ਗੁਰੂ ਗੋਬਿੰਦ ਸਿੰਘ ਨੂੰ ਜਿਉਂਦੇ ਨੂੰ ਬੰਨ੍ਹ ਕੇ ਲੈ ਕੇ ਆਵਾਂਗੇ। ਮੈਂ ਸ਼ੁਰੂ ਵਿੱਚ ਹੀ ਬੇਨਤੀ ਕਰ ਜਾਵਾਂ, ਕੋਈ ਸਰੋਤਾ ਜਨ ਭੁਲੇਖਾ ਨਾ ਖਾ ਜੇ, ਇੱਕ ਪੈਂਦੇ ਖਾਨ ਹੋਇਆ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨਾਲ ਲੜਿਆ ਸੀ। ਪੈਂਦੇ ਖਾਨ ਕਰਤਾਰਪੁਰ ਦੀ ਜੰਗ ਵਿੱਚ ਹੱਥੀਂ ਪਾਲਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੱਥੋਂ ਮਾਰਿਆ ਗਿਆ। ਇਹ ਹੈ ਪੈਂਦੇ ਖਾਨ ਡੱਡੇ ਨਾਲ, ਉਹਦੇ ਨਾਲ ਤੁਰਿਆ ਅਦੀਨਾ ਬੇਗ। ਭਈ ਦੋਵੇਂ ਜਰਨੈਲ ਹੋ ਕੇ ਤਿਆਰ ਬਰ ਤਿਆਰ ਲੈ ਕੇ ਦਾਦਾ ਦਮ 10,000 ਫੌਜ ਮਾਰ ਕੇ ਧੌਂਸਿਆਂ ਉੱਤੇ ਚੋਟਾਂ ਲਾ ਕੇ ਜਾਲੀ ਦੇ ਨਾਰੇ ਇੱਕੇ ਵਾਰ ਆਨੰਦਾਂ ਦੀ ਪੁਰੀ ਨੂੰ ਢਾਉਣ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਤੇ ਕਹਿਰੀ ਅਮਲਾ ਹੈ ਆਇਓ ਕਰੀ ਆਉਂਦੇ ਨੇ ਵਾ।
ਅਦੀਨਾ ਬੇਗ ਮਾਰਦਾ ਲਲਕਾਰੇ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਨੂੰ ਵਧਿਆ। ਉਹਨੇ ਆਣ ਕੇ ਘੇਰਾ ਪਾ ਲਿਆ ਤੇ ਸਭ ਤੋਂ ਪਹਿਲਾਂ ਭੀਮ ਚੰਦ ਨੂੰ ਪੁੱਛਦਾ ਵੀ ਗੁਰੂ ਕੋਲ ਫੌਜ ਕਿੰਨੀ ਹੈ, ਲੜਨ ਦੀ ਯੋਜਨਾ ਕਿਹੋ ਜੀ ਹੈ, ਇਹਨਾਂ ਕੋਲ ਹਥਿਆਰ ਕਿਹੋ ਜਿਹੇ ਹੈ। ਜਦੋਂ ਇਹ ਗੱਲ ਪੁੱਛੀ ਆ ਤੇ ਭੀਮ ਚੰਦ ਦੱਸਣ ਲੱਗਾ, ਉਹ ਕਹਿੰਦਾ ਜੀ ਪਹਿਲੀ ਤੇ ਗੱਲ ਇਹ ਹੈ, ਤੁਸਾਂ ਪੁੱਛਿਆ ਫੌਜ ਕਿੰਨੀ ਆ, ਫੌਜ ਮੁੱਠੀ ਭਰ ਹੈ, ਜ਼ਿਆਦਾ ਨਹੀਂ। ਮਾਝੇ ਮਾਲਵੇ ਦੁਆਬੇ ਚੋਂ ਕੋਈ ਸਿੱਖ ਆਏ, ਉਹਨਾਂ ਨੂੰ ਖਾਲਸਾ ਬਣਾਇਆ, ਉਹਨਾਂ ਨੂੰ ਆਖਿਆ ਖਾਲਸਾ ਜਿਹਦੇ ਵਿੱਚ ਰਲਾ ਕੋਈ ਨਾ ਹੋਵੇ ਉਹਨੂੰ ਖਾਲਸ ਕਿਹਾ ਜਾਂਦਾ। ਤੇ ਦੂਜੀ ਗੱਲ ਇਹ, ਤੁਸਾਂ ਪੁੱਛਿਆ ਵੀ ਇਹਨਾਂ ਕੋਲ ਹਥਿਆਰ ਕਿਹੋ ਜਿਹੇ ਆ, ਮਾਮੂਲੀ ਜਿਹੇ ਹਥਿਆਰ ਹੈ, ਤਲਵਾਰਾਂ ਬਰਛੇ ਨੇਜੇ ਹੈ, ਕੋਈ ਮਾਰੂ ਹਥਿਆਰ ਨਹੀਂ। ਤੇ ਤੀਜੀ ਗੱਲ ਤੁਸੀਂ ਕਹਿੰਦੇ ਲੜਨ ਦੀ ਯੋਜਨਾ ਕਿਹੋ ਜਿਹੀ ਹੈ, ਇਹ ਸਮਝ ਨਹੀਂ ਲੱਗੀ। ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਖੰਡੇ ਬਾਟੇ ਦੀ ਪੌਲ ਦੇ ਦਿੱਤੀ ਹੈ ਨਾ, ਪਤਾ ਨਹੀਂ ਕੀ ਘੋਲ ਕੇ ਪਿਆ ਦਿੱਤਾ ਖੰਡੇ ਬਾਟੇ ਵਿੱਚ, ਜਿਹਦੀਆਂ ਰਗਾਂ ਵਿੱਚ ਦੀ ਉਹ ਅੰਮ੍ਰਿਤ ਲੰਘ ਗਿਆ। ਉਹ ਰਗਾਂ ਕੱਟੀਆਂ ਤੇ ਜਾ ਸਕਦੀਆਂ ਪਰ ਕਿਸੇ ਦੇ ਸਾਹਮਣੇ ਝੁਕਦੀਆਂ ਨਹੀਂ ਆ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਝੁਕਦੀਆਂ ਨਹੀਂ। ਜਦੋਂ ਭੀਮ ਚੰਦ ਨੇ ਗੱਲ ਸੁਣੀ, ਉਹ ਕਹਿੰਦਾ ਲੱਗਦਾ ਵਾਵਾ ਤੁਹਾਨੂੰ ਕੁੱਟਿਆ ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਨੇ, ਬੜੇ ਡਰੇ ਹੋਏ ਹੋ। ਕਹਿੰਦਾ ਪੁੱਟ ਲੋ ਮੋਰਚੇ, ਪਿੱਛੇ ਹਟ ਜਾਓ, ਇਹਨਾਂ ਮੋਰਚਿਆਂ ਵਿੱਚ ਬੈਠੇਗੀ ਮੇਰੀ ਫੌਜ, ਮੈਂ ਵੇਖਾਂਗਾ ਉਹ ਕਿੰਨਾ ਕੁ ਬਹਾਦਰ ਹੈ ਗੁਰੂ ਗੋਬਿੰਦ ਸਿੰਘ। ਭਈ ਹਿੰਦੁਸਤਾਨ ਦਾ ਮੰਨਿਆ ਹੋਇਆ ਜਰਨੈਲ ਪੈਂਡੇ ਖਾਨ ਲਲਕਾਰੇ ਮਾਰ ਕੇ ਕਹਿੰਦਾ ਪਹਾੜੀਓ ਪਿੱਛੇ ਹਟ ਜਾਓ, ਹੁਣ ਮੈਂ ਗੁਰੂ ਗੋਬਿੰਦ ਸਿੰਘ ਨਾਲ ਯੁੱਧ ਕਰਾਂਗਾ। ਦੇ ਕੇ ਆਪਣੀ ਫੌਜ ਨੂੰ ਤਰਤੀਬ, ਇੱਕੇ ਵਾਰ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਹਮਲਾ ਕਰਾਉਣ ਲੱਗਾ। ਘੜੀ ਦੀ ਸੂਈ ਬੜੀ ਤੇਜ਼ ਭੱਜੀ ਆਉਂਦੀ ਹੈ, 1:15 ਵਜੇ ਮੈਂ ਤੁਹਾਡੇ ਨਾਲ ਫਤਿਹ ਬੁਲਾ ਦੇਣੀ। ਤੇ ਬਾਬਾ ਜੀ ਹੋਰਾਂ ਨੇ ਉਦੋਂ ਚੰਗਾ ਕੀਤਾ ਹੈ, ਇੱਕ ਖੁਸ਼ੀ ਹੋਈ ਹੈ ਭਈ ਸੰਗਤ ਐਨ ਜੁੜ ਕੇ ਬੈਠੀ ਹੈ। ਤੇ ਦੂਜੀ ਗੱਲ ਇਹ ਭਈ ਕੋਈ ਰੌਲਾ ਨਹੀਂ ਹੈ, ਬੜੇ ਧਿਆਨ ਨਾਲ ਤੁਸੀਂ ਸੁਣਨ ਵਾਲੇ ਬੈਠੇ। ਮੈਂ ਇਸ ਗੱਲ ਦੀ ਵਧਾਈ ਬਾਬਾ ਜੋਗਾ ਸਿੰਘ ਹੋਰਾਂ ਨੂੰ ਦਿੰਦਾ ਕਿ ਉਹਨਾਂ ਦੀ ਸੇਵਾ ਬੜੀ ਸੁਚੱਜੀ ਹੈ, ਉਹਨਾਂ ਦਾ ਪ੍ਰਬੰਧ ਬੜਾ ਵਧੀਆ ਹੈ। ਮੈਨੂੰ ਦੱਸ ਰਹੇ ਸੀ ਪ੍ਰਧਾਨ ਸਾਹਿਬ ਬੈਠੇ ਹੈ, ਕਹਿੰਦੇ ਵੀ ਇੱਥੇ ਛੱਪੜ ਸੀਗਾ ਗੁਰਦੁਆਰਾ ਬਣਨ ਤੋਂ ਪਹਿਲਾਂ, ਹਾਲਾਤ ਇਹੋ ਜਿਹੇ ਸਨ, ਇੱਥੇ ਛੱਪੜ ਹੋਇਆ ਕਰਦਾ ਸੀ। ਔਰ ਇਹ ਧਰਤੀ ਜਿਹੜੀ ਹੈ ਅੱਜ ਵਰਗਾ ਨਕਸ਼ਾ ਨਹੀਂ, ਕੋਈ ਵੇਖਦਾ ਨਹੀਂ ਸੀ। ਤੇ ਜਦੋਂ ਫਿਰ ਬੇਨਤੀ ਕੀਤੀ ਨਾ ਬਾਬਾ ਜੀ ਹੋਰਾਂ ਨੂੰ, ਮਹਾਂਪੁਰਖੋ ਭਾਗ ਲਾਓ ਇਸ ਧਰਤੀ ਨੂੰ, ਕਿਰਪਾ ਕਰੋ, ਤੇ ਉਹਨਾਂ ਨੇ ਫਿਰ ਦਿਨੇ ਰਾਤ ਮਿਹਨਤ ਕੀਤੀ। ਤੇ ਅੱਜ ਵੇਖੋ ਕਿੱਡਾ ਵੱਡਾ ਪਵਿੱਤਰ ਸਥਾਨ ਪ੍ਰਗਟ ਹੋ ਗਿਆ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ। ਜਿਸ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਪੂਰੀ ਦੁਨੀਆ ਦੇ ਲੋਕ ਸੰਸਾਰ ਦਾ ਜਿਉਂਦਾ ਸ਼ਹੀਦ ਕਹਿ ਕੇ ਸਤਿਕਾਰ ਦਿੰਦੇ ਆ। ਜਿੱਥੇ ਜਾ ਕੇ ਦੁਨੀਆ ਮਰ ਜਾਂਦੀ ਹੈ, ਮੁੱਕ ਜਾਂਦੀ ਹੈ, ਬਾਬਾ ਦੀਪ ਸਿੰਘ ਸਾਹਿਬ ਦਾ ਜੀਵਨ ਉੱਥੋਂ ਸ਼ੁਰੂ ਹੋਇਆ। ਬਾਬਾ ਦੀਪ ਸਿੰਘ ਵਰਗੀਆਂ ਮਹਾਨ ਹਸਤੀਆਂ ਰੋਜ਼-ਰੋਜ਼ ਸੰਸਾਰ ਵਿੱਚ ਨਹੀਂ ਆਉਂਦੀਆਂ। ਜਿੰਨੀ ਵਾਰੀ ਉਹਨਾਂ ਮਹਾਂਪੁਰਖਾਂ ਨੂੰ ਸਜਦਾ ਕੀਤਾ ਜਾਏ ਉਨੀ ਵਾਰੀ ਥੋੜਾ। ਮੈਂ ਸੀਸ ਝੁਕਾਉਣਾ ਸਤਿਕਾਰਯੋਗ ਬਾਬਾ ਜੋਗਾ ਸਿੰਘ ਹੋਰਾਂ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਕਿ ਇਹ ਇਲਾਕਾ ਹੀ ਤਰ ਗਿਆ ਹੈ, ਇਹ ਇਲਾਕੇ ਦੇ ਭਾਗ ਜਾਗ ਪਿਆ। ਜਦੋਂ ਅਸੀਂ ਪਹਿਲਾਂ ਆਏ ਸੀ, ਅਜੇ ਪਲਸਤਰ ਹੋਣ ਵਾਲਾ ਸੀ ਸਾਰਾ ਹੀ ਦਰਬਾਰ, ਨਵੀਂ ਉਸਾਰੀ ਹੋਈ। ਤੇ ਇਸ ਵਾਰ ਆਏ ਆ ਤੇ ਹੋਰ ਮਨ ਨੂੰ ਖੁਸ਼ੀ ਹੋਈ ਕਿ ਬਹੁਤ ਥੋੜੇ ਜਿਹੇ ਸਮੇਂ ਵਿੱਚ ਹੀ ਜਲਦੀ ਦਰਬਾਰ ਦੀ ਤਿਆਰੀ ਹੋ ਰਹੀ। ਇਹਦਾ ਕਾਰਨ ਇੱਕੋ ਹੀ ਹੈ, ਤੁਸੀਂ ਮਾਇਆ ਭੇਜਦੇ ਹੋ, ਤੁਸੀਂ ਸਹਿਯੋਗ ਕਰਦੇ ਹੋ ਤੇ ਤੁਹਾਡੀ ਮਾਇਆ ਸੁਚੱਜੇ ਢੰਗ ਨਾਲ ਲੱਗ ਰਹੀ ਹੈ। ਵਾਹਿਗੁਰੂ ਇਸੇ ਤਰ੍ਹਾਂ ਉਹਨਾਂ ਨੂੰ ਬਲ ਬਖਸ਼ਿਸ਼ ਕਰੇ, ਬਾਬਾ ਜੀ ਸੇਵਾ ਵਿੱਚ ਜੁੜੇ ਰਹਿਣ। ਅਰਜ਼ ਕਰਾਂਗਾ ਸਾਥੀਆਂ ਨੂੰ, ਕਹਾਂਗਾ ਵੀ ਆਪਾਂ 3-4 ਵਾਰਾਂ ਹੁਣ ਜਲਦੀ ਨਾਲ ਸੁਣਾ ਦੇਣੀਆਂ। ਸੁਣੋ, ਪੈਂਡੇ ਖਾਨ ਤੇ ਅਦੀਨਾ ਬੇਗ ਤਲੰਗ ਦੀ ਵਾਰ। ਪੈਂਡੇ ਖਾਨ ਤੇ ਅਦੀਨਾ ਬੇਗ ਦੇ ਕੇ ਫੌਜ ਨੂੰ ਤਰਤੀਬ, ਇੱਕੇ ਵਾਰ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਹਮਲਾ ਕਰਵਾਉਂਦਾ ਤੇ ਦੂਜੇ ਪਾਸਿਓਂ ਖਿੱਚ ਕੇ ਮਿਆਨ ਵਿੱਚੋਂ ਤਲਵਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲੈ ਕੇ ਸਿੱਖ ਸਰਦਾਰਾਂ ਨੂੰ ਨਾਲ ਮੈਦਾਨੇ ਜੰਗ ਅੰਦਰ ਨਿਤਰੇ ਨੇ। ਉੱਥੇ ਲੋਹੇ ਉੱਤੇ ਲੋਹਾ ਖੜਕਣ ਲੱਗਾ, ਉੱਥੇ ਢਾਲਾਂ ਉੱਤੇ ਖੰਡੇ ਟਣਕਣ ਲੱਗੇ, ਤੋਪਾਂ ਦਣਾਉਣ ਲੱਗੀਆਂ। ਆਨੰਦਪੁਰ ਸਾਹਿਬ ਦੀ ਧਰਤੀ ਦੇ ਅੰਦਰ ਲਹੂ ਡੋਲਵੀਂ ਲੜਾਈ 1701 ਵਿੱਚ ਆਰੰਭ ਹੋ ਗਈ ਹੈ। ਇਹ ਵੀ ਗੱਲ ਭੁੱਲਿਓ ਨਾ, ਵੈਸੇ ਇਸ ਤੋਂ ਪਹਿਲਾਂ 4 ਜੰਗਾਂ ਹੋ ਚੁੱਕੀਆਂ। ਭੰਗਾਣੀ ਦਾ ਯੁੱਧ
ਹੁਸੈਨੀ ਦਾ ਯੁੱਧ, ਨਦੌਣ ਦਾ ਯੁੱਧ, ਆਨੰਦਪੁਰ ਸਾਹਿਬ ਦਾ ਵੱਡਾ ਜੰਗ, ਜਿਹਦੇ ਚ ਬਾਬਾ ਬਚਿੱਤਰ ਸਿੰਘ ਸਾਹਿਬ ਜੀ ਨੇ ਹਾਥੀ ਦੇ ਮੱਥੇ ਵਿੱਚ ਨਾਗਣੀ ਮਾਰੀ ਤੇ ਏਡੇ ਵੱਡੇ ਹਾਥੀ ਨੂੰ ਪਿਛਾਂਹ ਮੋੜ ਦਿੱਤਾ ਸੀ। ਸ਼ਕਤੀ ਕਿਹਦੀ ਹੈ? ਅੰਮ੍ਰਿਤ ਦੀ। ਹੱਥ ਕਿਹਦਾ ਸੀ? ਧੰਨ ਗੁਰੂ ਗੋਬਿੰਦ ਸਿੰਘ ਜੀ ਦਾ। ਕੱਦ ਬੜਾ ਛੋਟਾ ਸੀ ਬਾਬਾ ਬਚਿੱਤਰ ਸਿੰਘ ਦਾ। ਜਿਹੜਾ ਵੱਡੇ ਕੱਦ ਵਾਲਾ ਸੀ ਦੁਨੀ ਚੰਦ, ਦਾਲ ਦੀਆਂ ਬਾਲਟੀਆਂ ਪੀਣ ਵਾਲਾ, ਪ੍ਰਸ਼ਾਦਿਆਂ ਦੇ ਟੋਕਰੇ ਖਾਣ ਵਾਲਾ ਭੱਜ ਗਿਆ, ਤੇ ਬਾਬਾ ਬਚਿੱਤਰ ਸਿੰਘ ਸਾਹਿਬ ਉਹ ਬੈਠਾ ਤੇ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਸਿੱਖਾਂ ਨੇ ਆਖਿਆ ਮਹਾਰਾਜ ਹਾਥੀ ਭੱਜ ਗਿਆ। ਤੇ ਬਾਬਾ ਜੀ ਬਾਬਾ ਬਚਿੱਤਰ ਸਿੰਘ ਵੱਲ ਵੇਖ ਕੇ ਨਾ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਉਹ ਬੈਠਾ ਬੱਬਰ ਸ਼ੇਰ, ਹਾਥੀ ਭੱਜ ਗਿਆ ਕੋਈ ਗੱਲ ਨਹੀਂ, ਬੱਬਰ ਸ਼ੇਰ ਬੈਠਾ ਹੈ, ਮੁਕਾਬਲਾ ਕਰੇਗਾ। ਸਾਰਿਆਂ ਦਾ ਧਿਆਨ ਖਿੱਚਿਆ ਗਿਆ ਵੀ ਕਿਹਨੂੰ ਬੱਬਰ ਸ਼ੇਰ ਕਿਹਾ। ਕੱਦ ਛੋਟਾ ਬਾਬਾ ਮਨੀ ਸਿੰਘ ਸਾਹਿਬ ਜੀ ਦੇ ਪਰਿਵਾਰ ਵਿੱਚੋਂ ਤੇ ਬਾਬਾ ਬਚਿੱਤਰ ਸਿੰਘ ਜੀ ਰਠੌਰ ਜਦੋਂ ਉੱਠ ਕੇ ਗੁਰੂ ਦੇ ਚਰਨਾਂ ਤੇ ਮੱਥਾ ਟੇਕਦਾ ਨਾ ਤੇ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਕਹਿਣ ਲੱਗਾ ਦਾਤਾ ਸਾਰੀਆਂ ਰਹਿਮਤਾਂ ਤੇਰੀਆਂ, ਬਖਸ਼ਿਸ਼ਾਂ ਤੁਹਾਡੀਆਂ ਵਰਤਣੀਆਂ, ਐਵੇਂ ਦਾਸ ਨੂੰ ਤੇ ਮਾਣ ਹੀ ਦਿੰਦੇ ਹੋ। ਮੇਰੇ ਕਲਗੀਧਰ ਪਾਤਸ਼ਾਹ ਜੇ ਤੁਹਾਡਾ ਹੱਥ ਦਾਸ ਦੇ ਸੀਸ ਉੱਤੇ ਹੋਵੇ, ਇਹ ਤੇ ਇੱਕ ਹਾਥੀ ਆ ਰਿਹਾ ਨਾ ਮਹਾਰਾਜ, ਇਹਦੇ ਵਰਗੇ ਜੇ ਹਜ਼ਾਰਾਂ ਹਾਥੀ ਵੀ ਆ ਜਾਣ, ਬਚਿੱਤਰ ਸਿੰਘ ਕਹਿੰਦਾ ਮੱਥੇ ਵਿੰਨ ਕੇ ਰੱਖ ਦਾਂਗਾ। ਇਹਨੂੰ ਅੰਮ੍ਰਿਤ ਦੀ ਸ਼ਕਤੀ ਕਹਿੰਦੇ, ਆਖੋ ਸਤਨਾਮ ਸ਼੍ਰੀ। ਇਹ ਵੀ ਜੰਗ ਲੜੇ ਗਏ। ਇਹ ਅੰਮ੍ਰਿਤ ਛਕਣ ਤੋਂ ਪਹਿਲਾਂ ਹੋ ਚੁੱਕੀਆਂ ਲੜਾਈਆਂ। ਬਾਬਾ ਬਚਿੱਤਰ ਸਿੰਘ ਦੀ ਜੰਗ ਜਿਹੜੀ ਉਹ ਅੰਮ੍ਰਿਤ ਛਕਣ ਤੋਂ ਬਾਅਦ ਵਿੱਚ ਹੋਈ ਹੈ। ਜਿਹੜੀ ਹੁਣ ਮੈਂ ਜੰਗ ਦਾ ਜ਼ਿਕਰ ਕਰ ਰਿਹਾ, ਇਹ ਖਾਲਸਾ ਪੰਥ ਸਜਾਉਣ ਤੋਂ 2 ਸਾਲ ਬਾਅਦ ਦੀ ਗੱਲ। 99 ਵਿੱਚ ਖਾਲਸਾ ਸਾਜਿਆ, 1700 ਤੇ 1701 ਵਿੱਚ ਇਹ ਜੰਗ ਆਰੰਭ ਹੋ ਗਈ ਹੈ। ਆਓ ਸਰਵਣ ਕਰੀਏ। ਇੱਕ ਪਾਸਿਓਂ ਪੈਂਦੇ ਖਾਂ ਤੇ ਅਦੀਨਾ ਬੇਗ ਤੇ ਦੂਜੇ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਲੈ ਕੇ ਸਿੱਖ ਸਰਦਾਰਾਂ ਨੂੰ ਨਾਲ ਮੈਦਾਨੇ ਜੰਗ ਅੰਦਰ ਆਏ। ਲੋਹੇ ਉੱਤੇ ਲੋਹਾ ਜੰਗ ਮੈਦਾਨ ਅੰਦਰ ਆਇਓ ਖੜਕ ਰਿਹਾ ਸੀ। ਆਉਂਦੇ ਵੈਰੀਆਂ ਨੂੰ ਵੇਖ ਦਸ਼ਮੇਸ਼ ਨੇ ਬਚ ਕੇ ਨਾ ਜਾਣੇ ਮੈਦਾਨ ਚੋਂ, ਅੱਜ ਬਚ ਕੇ ਨਾ ਜਾਣੇ ਮੈਦਾਨ ਚੋਂ।
ਤੂੰ ਕੇ ਮਿਆਨਾਂ ਵਿੱਚੋਂ ਸਿਗਾਨੇ, ਦੇਖਾਂ ਤੂੰ ਕੇ ਮਿਆਨਾਂ ਵਿੱਚੋਂ ਸਿਗਾਨੇ। ਦੇਖਾਂ ਤੂੰ ਕੇ ਮਿਆਨਾਂ ਵਿੱਚੋਂ ਸਿਗਾਨੇ, ਵਾਢੀ ਪਾ ਦਿੱਤੀ ਰਣ ਵਿਚਕਾਰ। ਢਾਲਾਂ ਉੱਤੇ ਫੱਟ ਪੈਣ ਤਲਵਾਰਾਂ ਦੇ, ਵਿੱਚੋਂ ਚੜ ਚੜ ਪੈਣ ਅੰਗਿਆਰ। ਰਾਜ ਪਾਰ ਸਭ ਹੱਦਰਾਂ ਨੇ ਰਲ ਕੇ, ਰਾਜ ਪਾਰ ਸਭ ਹੱਦਰਾਂ ਨੇ ਰਲ ਕੇ। ਰਾਜ ਪਰ ਸਭ ਹੱਦਰਾਂ ਨੇ ਰਲ ਕੇ, ਪਰ ਸਭ ਹੱਦਰਾਂ ਨੇ ਰਲ ਕੇ। ਤੋੜ ਮੁਗਲਾਂ ਦਾ ਦਿੱਤਾ ਹੰਕਾਰ, ਹੋ ਕਰਮਾਂ ਵਾਲਿਓ ਹੋ। ਪੈਂਡੇ ਖਾਨ ਜਿਨ੍ਹਾਂ ਨੂੰ ਸਮਝਦਾ ਸੀ ਨਾ ਵੀ ਸ਼ਾਇਦ ਸਿੰਘ ਇਕੱਲੇ ਕੜਾਹ ਪ੍ਰਸ਼ਾਦ ਨੂੰ ਗੱਫੇ ਲਾਉਣ ਵਾਲੇ ਹੀ ਆ, ਉਹਨਾਂ ਨੇ ਪਹਿਲੀਆਂ ਵਿੱਚ ਇਹਦਾ ਭੁਲੇਖਾ ਦੂਰ ਕਰ ਦਿੱਤਾ। ਅੱਜ ਪਹਿਲੇ ਦਿਨ ਦੇ ਜੰਗ ਵਿੱਚ ਮੋਹਰਲੀਆਂ ਪਾਲਾਂ ਧਰਤੀ ਉੱਤੇ ਡਿੱਗੀਆਂ। ਪੈਂਦੇ ਖਾਨ ਦੀ ਫੌਜ ਦੌੜਨ ਲੱਗੀ, ਭੱਜੇ ਜਾਂਦੇ ਜਰਨੈਲਾਂ ਨੂੰ ਤਾਨੇ ਮਾਰਦਾ, ਮਿਹਣੇ ਦਿੰਦਾ, ਗਾਲਾਂ ਕੱਢ ਕੱਢ ਕੇ ਮੋੜ ਰਿਹਾ ਸੀ। ਕਹਿੰਦਾ ਸਾਰੀ ਉਮਰ ਲੰਘੀ, ਤਨਖਾਹਾਂ ਲੈਂਦੀਆਂ ਉਮਰ ਗੁਜ਼ਰ ਚੱਲੀ ਹੈ, ਅੱਜ ਕਿਸੇ ਮਰਦ ਦਾ ਟਾਕਰਾ ਕਰਨ ਦੀ ਵਾਰੀ ਆਈ ਤੇ ਬੁਜ਼ਦਲ ਬਣ ਕੇ ਦੌੜ ਰਿਹਾ, ਅੱਗੇ ਹੋ ਕੇ ਮੁਕਾਬਲਾ ਕਰੋ। ਮੈਂ ਹੱਥੋਂ ਹੱਥੀ ਗੁਰੂ ਗੋਬਿੰਦ ਸਿੰਘ ਨੂੰ ਪਕੜਨਾ ਹੈ। ਇੱਕ ਹਮਲਾ, ਦੋ ਹਮਲਾ, ਸ਼ਾਮਾਂ ਤੱਕ 3 ਹਮਲੇ ਹੋ ਗਏ, ਪਰ ਤਿੰਨਾਂ ਵਿੱਚ ਇਹਦੀ ਹਾਰ ਹੋਈ ਹੈ। ਜਦੋਂ ਕਲਗੀਧਰ ਪਾਤਸ਼ਾਹ ਜੀ ਨੂੰ ਆਪ ਵੇਖਿਆ ਇਹਨਾਂ ਦੇ ਸਾਹਮਣੇ ਰਣ ਮੈਦਾਨ ਵਿੱਚ, ਹੈਰਾਨੀ ਵਿੱਚ ਪੈ ਗਿਆ। ਕਹਿੰਦਾ ਮੈਂ ਤੇ ਸਮਝ ਕੇ ਆਇਆ ਸੀ ਭਈ ਚਿੱਟੇ ਚੋਲੇ ਵਾਲਾ ਸਾਧੂ ਹੈ ਤੇ 4 ਧੱਕੇ ਮਾਰਾਂਗੇ ਦਿੱਲੀ ਵੱਲ ਨੂੰ ਤੋਰ ਲਵਾਂਗੇ, ਪਰ ਜਦੋਂ ਮੈਂ ਵੇਖਿਆ ਨੀਲੇ ਘੋੜੇ ਤੇ ਸਵਾਰ ਰਣਾ ਦਾ ਜੇਤੂ ਜਰਨੈਲ, ਜਿਸ ਪਾਸੇ ਨੂੰ ਵੱਧਦਾ ਗੁਰੂ ਗੋਬਿੰਦ ਸਿੰਘ, ਦੁਸ਼ਮਣ ਲਾਸ਼ਾਂ ਵਿੱਚ ਵੱਟਦਾ ਜਾਂਦਾ ਹੈ। ਇਹ ਤੇ ਬੜਾ ਵੱਡਾ ਜਰਨੈਲ, ਨੂੰ ਜਿੱਤਿਆ ਨਹੀਂ ਜਾਣਾ। ਇੱਕ ਗੱਲ ਯਾਦ ਰੱਖਣ ਵਾਲੀ ਹੈ, ਜੇ ਬੰਦਾ ਮਨ ਕਰਕੇ ਹਾਰ ਜਾਵੇ ਉਹਦੀ ਜਿੱਤ ਨਹੀਂ ਹੋ ਸਕਦੀ, ਤੇ ਜੇ ਬੰਦਾ ਮਨ ਕਰਕੇ ਜਿੱਤਿਆ ਹੋਵੇ, ਜੇ ਬੰਦਾ ਮਨ ਕਰਕੇ ਮਜ਼ਬੂਤ ਹੈ, ਉਹਦਾ ਕੌਨਫੀਡੈਂਸ ਮਜ਼ਬੂਤ ਹੈ, ਤੇ ਕਮਜ਼ੋਰ ਬੰਦਾ ਵੀ ਕਈ ਵਾਰੀ ਬਹੁਤਿਆਂ ਤੇ ਫਤਿਹ ਪਾ ਲੈਂਦਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਹੈ ਤੇ ਬੜਾ ਵੱਡਾ ਜਰਨੈਲ ਸੀ, ਪਰ ਅੰਦਰੋਂ ਕੰਬ ਗਿਆ, ਅੰਦਰੋਂ ਡਰਿਆ ਹੋਇਆ ਹੈ। ਇਹਨੇ ਪਹਿਲੇ ਦਿਨ ਹਾਰ ਪ੍ਰਵਾਨ ਕੀਤੀ, ਫੌਜਾਂ ਪਿੱਛੇ ਕਰ ਲੀਆਂ। ਦੂਜੇ ਦਿਨ ਦੀ ਉਡੀਕ ਕਰਨ ਲੱਗਾ। ਅਗਲੇ ਦਿਨ ਆਪਣੀਆਂ ਫੌਜਾਂ ਨੂੰ ਸਮਝਾ ਰਿਹਾ ਸੀ। ਕਹਿੰਦਾ ਅਨੰਦਪੁਰ ਸਾਹਿਬ ਦੀ ਧਰਤੀ ਵਿੱਚੋਂ ਕੋਈ ਵੀ ਸਿੰਘ ਨਿਕਲਦਾ ਨਜ਼ਰੀ ਪਵੇ, ਕੋਈ ਵੀ ਸਿੰਘ ਉਤਰਦਾ ਦਿਸ ਪਵੇ, ਮੇਰਾ ਆਰਡਰ ਲੈਣ ਦੀ ਲੋੜ ਨਹੀਂ ਹੈ, ਉਹਦੇ ਉੱਤੇ ਗੋਲੀਆਂ ਦਾਗ ਦਿਓ, ਉਹਦੇ ਉੱਤੇ ਤੀਰ ਦਾਗ ਦਿਓ। 2 ਸਿੰਘ ਉਤਰੇ ਜੀ ਬਾਲਣ ਲੈਣ ਵਾਸਤੇ। ਇੱਥੇ ਲੰਗਰ ਤਿਆਰ ਹੋ ਰਿਹਾ, 2 ਲੰਗਰ ਲੱਗੇ ਆ। ਇੱਕ ਲੰਗਰ ਉਹ ਹੈ ਜਿਹਦੇ ਵਿੱਚੋਂ ਅਸੀਂ ਪ੍ਰਸ਼ਾਦਾ ਛਕ ਕੇ ਆਪਣੇ ਪੇਟ ਦੀ ਪੂਰਤੀ ਕਰਦੇ ਹਾਂ, ਤੇ ਦੂਜਾ ਲੰਗਰ ਉਹ ਲੱਗਾ ਜਿਹੜਾ ਅਸੀਂ ਆਤਮਾ ਦੀ ਖੁਰਾਕ ਲੈਨੇ ਆ, ਆਤਮਾ ਦੀ।
आत्मा की खुराक है, शब्द का इतिहास का लंगर, वो शरीर की खुराक है। दो लाए है लंगर बाबा बचन सिंह होरां ने, बाबा महेंद्र सिंह होरां ने। देखो किड्डियां वड्डियां सेवावां। मैं अर्ज कर रहा वो पैंदे खान जरनैल कहंदा कोई भी सिंह नजरी पवे गोली दाग दो, तीर दाग दो। ते जंग का असूल है, अज तो फर्क पै गया है। कदे जंग पढ़िए ते असूल सी भी जिहड़ा झंडा चुक के अगे अगे तुरेगा उहदे उत्ते कोई गोली नहीं चलाएगा। निशान साहब चुक के तुरन वाले तो कोई निशाना नहीं लाएगा। जिहड़ा पानी पियाउंदा होवे मैदान विच फटड़ा नूं, ओनू कोई गोली नहीं मारेगा, तीर नहीं मारेगा उहदे उत्ते। वो तो सारिਆਂ ਨੂੰ पानी पिया रहा भाई कन्हैये वर्गा। ते जे किते जंग दे असूल पढ़िए, ਜਿਹੜਾ लंगर तैयार कर रहा होवे, लंगर वरता रहा होवे, ਉਹਦੇ ਉੱਤੇ भी कोई वार नहीं करेगा। पर साध संगत जदों दुश्मन हल्का हो जाए फिर वो वेंदा कुछ नहीं है, भावें अपना होवे ते भावें बगाना होवे, वढना शुरू कर दिंदा। ये पैंडे खान इन्ना हलक गया, कहंदा ਜਿਹੜਾ भी सिंह नजरी पवे छड्डियो ना। दो सिंह उतरे बालन लैण वास्ते। उन्होंने जिथे अज गुरुद्वारा शहीदी बाग बनया आनंदपुर साहब की धरती अंदर, उतों बालन दियां दो पंडा चुकियां, वो तां चढ़न लगे आनंदगढ़ के किले वाल नूं। इहदी फौज की पै गई निगाह। इन्हां उस वेले गोलियां की बाछड़ की, उस वेले तीरां दा मींह पाया। दोवें वीर जो धरती उत्ते डिगे शहीद हो गए, ते जाके खबर दी है गुरु के खालसे ने, महाराज आ पैंडे खान ने एक होर भाजी चाढ़ दी। हुण की करिए? ते मेरे कलगीधर पातशाह महाराज जी ने आवाज मारी अपने पुत्र नूं, साहब बाबा अजीत सिंह जी। ये 14 सालां दा सी उदों बाबा अजीत सिंह साहब। मैं बेनती दलील विच कर देवां, कई बारी असीं स्टेज उत्ते गल कह दिंदे आ, प्रचारक रागी ढाडी कवीशर वीर, असीं ये गल कहने आ कि साहब बाबा अजीत सिंह जी चमकौर दे युद्ध विच पहली बारी लड़िया ते 18 सालां दा गभरू सदा दी जिंदगी हासिल कर गया, शहीद हो नहीं। खालसा जी पहली बारी चमकौर दे जंग विच बाबा अजीत सिंह नहीं लड़िया, वो चौथी बारी लड़िया सी। चौथी बारी, चौथा जंग लड़दिया शहीद होया बाबा अजीत सिंह। तुसीं आखोगे कोई प्रमाण? प्रमाण बड़े जबरदस्त है। सब तो पहली बार बाबा अजीत सिंह जी ने उदों जंग लड़िया, उदों तलवार चली जदों बसी दा पठान एक हिंदू वीर दी इस्त्री नूं जबरदस्ती उठा के अपने महलां विच लै गया। वो हिंदू आया, उन्हें आनंदपुर साहब की धरती अंदर आण के दुहाई दे के गल कही, आख्या कलगीधर पातशाह मेरी इस्त्री नूं बसी दा पठान चुक के लै गया, मैं तुहाडे दरबार विच आया, महाराज जी कृपा करो मेरी वो गई हुई इज्जत नूं वापस करवाओ। तो महाराज ने आवाज मारी सी बाबा अजीत सिंह जी, अजीत सिंह जी जाओ साथी सिंघां नूं नाल लैके बस्सी उत्ते हमला करना ते इस हिंदू नौजवान की घरवाली नूं बाइज्जत रिहा करवा के ले। ते बाबा अजीत सिंह ने बस्सी दे पठान नूं सोधिया, ओहदी घरवाली नूं छड़ा के लियांदा। इहदा एक सबूत साडे कोल हैगा। जदों तुसीं कदे हुशियारपुर दे बार-बार वेखोगे तकोगे ते गुरुद्वारा हरियां बेला नजर आउंदा, गुरु हर राय साहब दे जीवन नाल संबंधित है। उत्थे बाबा अजीत सिंह जी ने कुछ घड़ियां ये बस्सी दे पठान नूं सोधण तो बाद बह के आराम किया। थड़े उत्ते इतिहास लिखिया होया है, ये साडे कोल प्रतक्ष सबूत है। ते दूजी वारी जंग विच कदों लड़िया बाबा अजीत सिंह, आ जिहड़ी मैं वार तुहानूं सुणावांगा हुण। दूजी वारी मैदाने जंग विच ते तीसरी वारी बाबा अजीत सिंह दी तलवार कदों चली? जदों दुश्मन दल सभे कसमां भुला के 6 ते 7 पोह की दरमियानी रात नूं गुरु गोबिंद सिंह ते अमृत वेले हमला करदा है ते सरसा दे कंढे उत्ते मेरे पातशाह आसा जी दी वार दा कीर्तन कर रहे सन। एक पासे कीर्तन हो रहा है ते दूजे पासियों बाबा अजीत सिंह साहब जी ने तलवार फड़ी, गुरु दे चरनां उत्ते मत्था टेक के वचन करके तुरदा, पिता जी कीर्तन विच भंगड़ा ना पै जाए, कीर्तन विच खड़ोत ना आवे, महाराज जी तुसी आसा दी वार दा कीर्तन जारी रखो, दुश्मन दल नूं मैं छाती ढा के रोकांगा। ये तीजी वारी सरसा दे कंढे उत्ते बाबा अजीत सिंह दी तलवार चली। जंगजू योधा बन के पिता दी हाजरी विच लड़िया
ਤੇ ਜਦੋਂ ਚੌਥੀ ਗੱਲ ਕਰਦੇ ਨਾ ਉਹ ਹੈ ਚਮਕੌਰ ਦੇ ਯੁੱਧ ਦੀ। ਜਦੋਂ ਬਾਬਾ ਅਜੀਤ ਸਿੰਘ ਸਾਹਿਬ 17 ਸਾਲ 9 ਮਹੀਨੇ ਤੇ 16 ਦਿਨਾਂ ਦੀ ਉਮਰ ਹੈ, ਬਾਪੂ ਕੋਲੋਂ ਆਗਿਆ ਲੈ ਕੇ ਚਮਕੌਰ ਦੇ ਮੈਦਾਨੇ ਜੰਗ ਵਿੱਚ ਨਿਤਰਿਆ। ਸੂਰਬੀਰ ਬਹਾਦਰ ਯੋਧਾ ਲੱਖਾਂ ਦਾ ਮੁਕਾਬਲਾ ਕਰਦਿਆਂ ਸਦਾ ਦੀ ਜ਼ਿੰਦਗੀ ਹਾਸਲ ਕਰ ਗਿਆ। ਸਦਾ ਦੀ, ਸਦਾ ਦੀ ਜ਼ਿੰਦਗੀ ਕਿਹਨੂੰ ਕਹਿੰਦੇ ਆ? ਅਸੀਂ ਆਏ ਆ ਬਚਪਨ ਚੋਂ ਜਵਾਨੀ ਚ, ਹੁਣ ਬੁਢਾਪੇ ਵੱਲ ਨੂੰ ਜਾਵਾਂਗੇ, ਪਤਾ ਨਹੀਂ ਕਦੋਂ ਸਦਾ ਆ ਜੇ, ਮਰ ਜਾਵਾਂਗੇ, ਮੁੱਕ ਜਾਵਾਂਗੇ, ਕਿਸੇ ਨੇ ਯਾਦ ਨਹੀਂ ਕਰਨਾ। ਪਰ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਕਿੰਨਾ ਸਮਾਂ, ਸਦੀਆਂ ਹੋ ਗਈਆਂ ਸ਼ਹੀਦ ਹੋਇਆਂ ਨੂੰ, ਪਰ ਜਿੰਨਾ ਚਿਰ ਦੁਨੀਆ ਦੇ ਲੋਕ ਰਹਿਣਗੇ, ਜਦੋਂ ਤੱਕ ਧਰਤੀ ਆਕਾਸ਼ ਰਹੇਗਾ, ਉਦੋਂ ਤੱਕ ਅਸੀਂ ਬਾਬਾ ਅਜੀਤ ਸਿੰਘ ਨੂੰ 18 ਸਾਲਾਂ ਦਾ ਗੱਭਰੂ ਹੀ ਕਹਿੰਦੇ ਰਵਾਂਗੇ। ਉਹਨੇ ਕਦੇ ਬੁੱਢਾ ਨਹੀਂ ਹੋਣਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅਤੀ ਸਤਿਕਾਰਯੋਗ ਵੱਡੇ ਵੀਰ ਗਿਆਨੀ ਫੌਜਾ ਸਿੰਘ ਜੀ ਸਾਗਰ, ਮੇਰੇ ਵੱਡੇ ਵੀਰ ਹੈ, ਬਹੁਤ ਸਨੇਹ ਹੈ, ਬੜਾ ਪਿਆਰ ਹੈ ਉਹਨਾਂ ਦੇ ਨਾਲ। ਉਹਨਾਂ ਦੇ ਬਹੁਤ ਹੋਣਹਾਰ ਸਾਥੀ ਵੀਰ ਸੁਖਚੈਨ ਸਿੰਘ ਜੀ ਚੰਨ, ਵੀਰ ਬੂਟਾ ਸਿੰਘ ਸਾਹਿਬ ਜੀ, ਤੇ ਉਹਨਾਂ ਦੇ ਨਾਲ ਸਰੰਗੀ ਵਾਦਕ ਛੋਟਾ ਚੰਨ, ਜਿਹਨੇ ਮੇਰੇ ਨਾਲ ਵੀ ਕੁਝ ਸਮਾਂ ਸੇਵਾ ਕੀਤੀ ਹੈ। ਮੈਨੂੰ ਇਸ ਗੱਲ ਤੇ ਮਾਣ ਹੈ। ਹੁਣ ਵੀ ਸਾਗਰ ਜੀ ਕਹਿ ਰਹੇ ਸੀ ਭਈ ਮੇਰਾ ਵੱਡਾ ਵੀਰ, ਮੈਂ ਕਿਹਾ ਨਹੀਂ, ਗੁਣਾਂ 'ਚ ਵੀ ਤੁਸੀਂ ਵੱਡੇ, ਉਮਰ 'ਚ ਵੀ ਤੁਸੀਂ ਵੱਡੇ, ਸਭ ਕਰਕੇ ਹੀ ਤੁਸੀਂ ਵੱਡੇ ਹੋ। ਮਹਾਰਾਜ ਜੀ ਤੁਹਾਡਾ ਸਤਿਕਾਰ ਹੈ। ਜਿਹੜਾ ਮੇਰੇ ਬਾਪ ਦਾ ਸਤਿਕਾਰ ਕਰਦਾ ਹੈ, ਮੈਂ ਉਹਦਾ ਵੀ ਆਪਣੇ ਦਿਲ ਦੀ ਗਹਿਰਾਈ ਵਿੱਚੋਂ ਸਤਿਕਾਰ ਕਰਦਾ। ਸਟੇਜ ਤੇ ਆਏ ਹੈ ਤੇ ਮੇਰੀ ਇੱਕ ਆਦਤ ਹੈ ਭਈ ਜਿਹੜਾ ਮੇਰੇ ਤੋਂ ਬਾਅਦ ਵਿੱਚ ਬੋਲਣ ਵਾਲਾ ਬੁਲਾਰਾ ਆਉਂਦਾ ਨਾ, ਭਾਵੇਂ ਉਹ ਉਮਰ ਕਰਕੇ ਵੱਡਾ ਹੋਵੇ ਜਾਂ ਛੋਟਾ ਹੋਵੇ, ਉਹਦਾ ਸਤਿਕਾਰ ਜਕਾਰੇ ਵਿੱਚ ਮੈਂ ਕਰਦਾ। ਤੁਸੀਂ ਸਾਰਿਆਂ ਕਰਨਾ। ਆਓ ਗਿਆਨੀ ਫੌਜਾ ਸਿੰਘ ਜੀ ਸਾਗਰ ਹੋਰਾਂ ਨੂੰ ਸਟੇਜ ਤੇ ਪਹੁੰਚਣ ਤੇ ਮੈਂ ਆਪਣੇ ਜਥੇ ਵੱਲੋਂ ਔਰ ਬਾਬਾ ਜੀ ਵੱਲੋਂ, ਸੰਗਤ ਵੱਲੋਂ ਜੀਓ ਆਇਆ ਕਹਿੰਦਾ। ਤੇ ਗੂੰਜਾਂ ਪਾਇਓ, ਕੋਈ ਲੀਡਰ ਆਉਂਦਾ ਆਪਾਂ ਬੜੇ ਜਕਾਰੇ ਲਾਉਨੇ ਆ, ਲਾਉਣੇ ਚਾਹੀਦੇ। ਆਪੋ ਆਪਣੀ ਪਾਰਟੀ ਦੀ ਹਰ ਕੋਈ ਸੁੱਖ ਮੰਗਦਾ ਤੇ ਮੈਂ ਆਪਣੀ ਪਾਰਟੀ ਦੀ ਸੁੱਖ ਮੰਗਣੀ ਆ। ਤੁਸੀਂ ਕਿਰਪਾ ਕਰਿਓ, ਗੱਜ ਕੇ ਜਕਾਰਾ ਲਾਓ ਸਾਰੀ ਸੰਗਤ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਅਕਾਲ। ਵਾਹਿਗੁਰੂ ਕਿਰਪਾ ਕਰੇ, ਕੌਮ ਦੇ ਢਾਡੀ ਉਹ ਚੜ੍ਹਦੀ ਕਲਾ ਵਿੱਚ ਰਹਿਣ ਤੇ ਇਸੇ ਤਰ੍ਹਾਂ ਗੂੰਜਾਂ ਪਾਉਂਦੇ ਰਹਿਣ। ਸਟੇਜ ਤੇ ਮਿੰਟ ਰਹਿ ਗਏ 15, ਪਰ 15 ਮਿੰਟਾਂ 'ਚ ਹੁਣ ਆਪਾਂ ਕੱਚਾ ਭੁੰਨਾ ਕਰਕੇ ਨਹੀਂ ਛੱਡਣਾ, ਗੱਲ ਸਿਰੇ ਲਾ ਦੇਣੀ ਆ। ਮੈਂ ਬੇਨਤੀ ਕਰਾਂ, ਸਾਹਿਬ ਬਾਬਾ ਅਜੀਤ ਸਿੰਘ, ਉਹਨੂੰ ਆਵਾਜ਼ ਮਾਰੀ। ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਅਜੀਤ ਸਿੰਘ ਆ ਜਿਹੜੀ ਪੈਂਡੇ ਖਾਂ ਨੇ ਭਾਜੀ ਚਾੜੀ ਹੈ ਨਾ, ਜਾ ਨਿਉਂਦਰੇ ਦੇ ਰੂਪ ਵਿੱਚ ਵਾਪਸ ਕਰਕੇ ਆ। ਭਈ ਆਇਆ 14 ਸਾਲਾਂ ਦਾ ਪੁੱਤਰ ਬਾਪੂ ਦੇ ਸਾਹਮਣੇ। ਮੈਂ ਬੇਨਤੀ ਪਹਿਲਾਂ ਵੀ ਕੀਤੀ, 14 ਸਾਲ ਉਮਰ ਸੀ ਜਦੋਂ ਇਸ ਜੰਗ ਵਿੱਚ ਲੜਨ ਸਾਹਮਣੇ ਖਲੋਤੇ ਆ। ਘੋੜਾ ਜਵਾਨ ਹੈ ਤੇ ਸਤਿਗੁਰੂ ਜੀ ਦੇ ਸੁਪੁੱਤਰ ਦਾ ਕੱਦ ਅਜੇ ਛੋਟਾ ਹੈ, ਉਮਰ 14 ਸਾਲ। ਉਹਨੇ ਜਦੋਂ ਬਾਪੂ ਦੇ ਚਰਨਾਂ ਤੇ ਮੱਥਾ ਟੇਕਿਆ, ਉੱਚੀ ਬਾਹ ਕਰਕੇ ਪੜਿਆ, ਦੇਹ ਸ਼ਿਵਬਰ ਮੋਹੇ ਹੈ, ਸ਼ੁਭ ਕਰਮਨ ਤੇ ਕਬਹੂ ਨਾ ਡਰੂ, ਨਾ ਡਰੂ ਅਰਸ਼ੋਂ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕरूं। ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਦੋਵਾਂ ਹੱਥਾਂ ਨੂੰ ਬਗਲਾਂ ਵਿੱਚ ਸਾਹਿਬ ਬਾਬਾ ਅਜੀਤ ਸਿੰਘ ਦੀਆਂ ਬਾਹਾਂ ਵਿੱਚ ਰੱਖਿਆ ਤੇ ਚੁੱਕ ਕੇ ਧਰਤੀ ਤੋਂ ਰੱਖ ਦਿੱਤਾ ਘੋੜੇ ਦੀ ਕਾਠੀ ਉੱਤੇ। 14 ਸਾਲਾਂ ਦਾ ਗੱਭਰੂ ਲੈ ਕੇ ਪਿਤਾ ਕੋਲੋਂ ਆਗਿਆ ਮਾਰ ਕੇ ਲਲਕਾਰਾ, ਭਈ ਛੱਡ ਕੇ ਜਕਾਰਾ। ਦੁਸ਼ਮਣ ਦਲ ਦੀ ਚਾੜੀ ਹੋਈ ਭਾਜੀ ਨਿਉਂਦਰੇ ਦੇ ਰੂਪ ਵਿੱਚ ਵਾਪਸ ਕਰਨ ਵਾਸਤੇ ਆਇਓ ਜਾ ਰਿਹਾ ਵੇ।
ਕੋਲੋਂ ਆਗਿਆ ਲੈ ਕੇ ਮੈਦਾਨੇ ਜੰਗ ਅੰਦਰ ਆਇਆ ਤੇ ਜਿੱਤ ਪ੍ਰਾਪਤ ਕਰਕੇ ਬਾਪੂ ਦੇ ਚਰਨਾਂ ਵਿੱਚ ਮੁੜਿਆ। ਜੇ ਪੁੱਤ ਨੇਕ ਕੰਮ ਕਰਦਾ ਹੋਵੇ ਬਾਪੂ ਦੀ ਛਾਤੀ ਮਾਣ ਨਾਲ ਚੌੜੀ ਹੋ ਜਾਏ। ਜੇ ਪੁੱਤਰ ਨੇਕ ਹੋਵੇ ਤੇ ਬਾਪੂ ਦਾ ਸਿਰ ਉੱਚਾ ਹੋ ਜਾਂਦਾ ਹੈ, ਤੇ ਜੇ ਪੁੱਤਰ ਨਲਾਇਕ ਨਿਕਲ ਆਵੇ, ਪੁੱਤਰ ਦੇ ਕੰਮ ਚੰਗੇ ਨਾ ਹੋਣ, ਬਾਪੂ ਦਾ ਸਿਰ ਸ਼ਰਮ ਨਾਲ ਨੀਵਾਂ ਹੋ ਜਾਂਦਾ। ਸੱਸ ਪੁੱਤਰਾਂ ਨੂੰ ਚਾਹੀਦਾ ਚੰਗੇ ਕਾਰਜ ਕਰਨ। ਲਲਕਾਰ ਕੇ ਪੈਂਡੇ ਖਾਨ ਕਹਿੰਦਾ ਏ ਗੋਬਿੰਦ ਸਿੰਘ, ਅਜੇ ਆਪਣੀ ਮਾਂ ਦਾ ਸ਼ੀਰ ਪੀਤਾ ਹੈ, ਜੇ ਤੇਰੇ ਡੌਲਿਆਂ ਵਿੱਚ ਤਾਕਤ ਹੈ ਤੇ ਆ ਦੂਜੇ ਬੱਚੇ ਨਾ ਮੈਦਾਨੇ ਜੰਗ ਵੱਲੇ ਭੇਜ, ਸਿੰਘ ਨਾ ਭੇਜੋ, ਆਪ ਆਓ ਮੈਦਾਨੇ ਜੰਗ ਵਿੱਚ, ਆਪਾਂ ਦੋਨੇ ਜੰਗ ਦਾ ਫੈਸਲਾ ਕਰੀਏ। ਮੈਂ ਤੁਹਾਡੇ ਨਾਲ ਯੁੱਧ ਲੜਨਾ ਚਾਹੁੰਦਾ, ਨਾ ਕੋਈ ਤੁਹਾਡਾ ਜਰਨੈਲ ਲੜੇ, ਨਾ ਕੋਈ ਮੇਰਾ ਸਿਪਾਹੀ ਲੜੇ। ਜੇ ਆਪਾਂ ਦੋਨੇ ਜੰਗ ਦਾ ਫੈਸਲਾ ਕਰ ਲਈਏ, ਕੌਣ ਜਿੱਤਦਾ ਤੇ ਕੌਣ ਹਾਰਦਾ ਇਹ ਮੈਦਾਨੇ ਜੰਗ ਵਿੱਚ ਪਤਾ ਲੱਗੇਗਾ। ਗੋਬਿੰਦ ਸਿੰਘ ਜੀ ਆਪ ਆਓ। ਹੁਣ ਗੱਲਾਂ ਦੋ ਸੀ, ਜਾਂ ਤੇ ਗੁਰੂ ਗੋਬਿੰਦ ਸਿੰਘ ਜੀ ਰਾਜਨੀਤੀ ਵਰਤਦੇ, ਗੋਲਕ ਚੁੱਕਦੇ ਤੇ ਰਾਤੋਂ ਰਾਤ ਪਛਾਣ ਨੂੰ ਨਿਕਲ ਜਾਂਦੇ, ਤੇ ਦੂਜੀ ਗੱਲ ਇਹ ਸੀ ਭਈ ਜਾਂ ਉਹਦੇ ਸਾਹਮਣੇ ਲੱਖਾਂ ਰੁਪਏ ਰੱਖ ਕੇ ਗੱਲ ਕਹਿੰਦੇ ਭਈ ਮੈਥੋਂ ਲੜਿਆ ਨਹੀਂ ਜਾਣਾ, ਮੈਂ ਤੇ ਇਕੱਲਾ ਪ੍ਰਸ਼ਾਦਿਆਂ ਦਾ ਹੀ ਗਾਹਕ, ਤੇ ਫਿਰ ਪੈਂਡੇ ਖਾਨ ਕੋਲੋਂ ਹਾਰ ਮੰਨ ਲੈਂਦਾ ਗੁਰੂ ਗੋਬਿੰਦ ਸਿੰਘ। ਪਰ ਇਹ ਦੋਵੇਂ ਗੱਲਾਂ ਪ੍ਰਵਾਨ ਨਹੀਂ ਕੀਤੀਆਂ। ਮਹਾਰਾਜ ਸੱਚੇ ਪਾਤਸ਼ਾਹ ਨੂੰ ਸੁਨੇਹਾ ਮਿਲਿਆ, ਮੇਰੇ ਪਾਤਸ਼ਾਹ ਕਹਿਣ ਲੱਗੇ ਭਾਈ ਦਇਆ ਸਿੰਘਾ ਨੀਲਾ ਸ਼ਿੰਗਾਰ ਕੇ ਲੈ ਕੇ ਆਓ। ਹੱਥ ਜੁੜ ਕੇ ਭਾਈ ਦਇਆ ਸਿੰਘ ਸਾਹਿਬ ਜੀ ਦੇ, ਨਹੀਂ ਪਾਤਸ਼ਾਹ ਸਾਨੂੰ ਹੁਕਮ ਕਰੋ, ਤੁਸੀਂ ਕਿਉਂ ਜਾਣਾ ਚਾਹੁੰਦੇ? ਮਹਾਰਾਜ ਜੀ ਕਹਿੰਦੇ ਨਹੀਂ, ਨੀਲਾ ਸ਼ਿੰਗਾਰ ਕੇ ਲੈ ਕੇ ਆਓ। ਬਾਹਰ ਇੱਕ ਹੰਕਾਰੀ ਜਰਨੈਲ ਸਾਨੂੰ ਡਿੰਗਾ ਮਾਰਦਾ, ਲਲਕਾਰਦਾ, ਵੰਗਾਰਦਾ, ਉਹਦੇ ਹੰਕਾਰ ਦੀ ਮਣੀ ਤੋੜਨ ਵਾਸਤੇ ਜਾਵਾਂਗੇ। ਲਓ ਜੀ ਆਇਆ ਸਿਆ ਮੈਦਾਨਾਂ ਦਾ ਯਾਰ, ਨੀਲਾ ਘੋੜਾ ਨੱਚਦਾ ਟੱਪਦਾ ਮੈਦਾਨੇ ਜੰਗ ਵੱਲੇ ਜਾਣ ਵਾਸਤੇ, ਜਿਹਨੂੰ ਹਰ ਵਕਤ ਕਾਹਲੀ ਨਹੀਂ ਸੀ। ਆ ਗਿਆ ਦਰਬਾਰ ਦੇ ਸਾਹਮਣੇ, ਮੇਰੇ ਪਾਤਸ਼ਾਹ ਨੇ ਸ਼ਸਤਰ ਸਜਾਇਆ, ਪੜਦੇ ਪੜਦੇ ਬਾਣੀ ਅਕਾਲ ਤੂੰ ਹੀ, ਅਕਾਲ ਤੂੰ ਹੀ। ਆਏ ਨੇ ਬਿਲਕੁਲ ਨਜ਼ਦੀਕ, ਰੱਖਿਆ ਰਕਾਬ ਵਿੱਚ ਪੈਰ, ਭਈ ਮਾਰੀਆ ਪਲਾਕੀ ਹੋਏ ਘੋੜੇ ਤੇ ਸਵਾਰ, ਤੇ ਨਿਹੰਗ ਸਿੰਘਾਂ ਨੂੰ ਚਾਹ ਚੜ ਗਏ। ਚਾਹ ਉਹ ਉੱਚੀ ਉੱਚੀ ਗਾਉਣ ਲੱਗ ਪਏ। ਜਿਹਦੇ ਤੁਹਾਨੂੰ ਵੀ ਬਾਣੀ ਆਉਂਦੀ ਹੋਵੇ ਨਾ ਤੇ ਨਾਲ ਨਾਲ ਤੁਸੀਂ ਵੀ ਸਾਡੇ ਗਾਇਓ। ਨਿਹੰਗ ਸਿੰਘਾਂ ਨੂੰ ਚਾਹ ਚੜੇ, ਉਹ ਕਹਿੰਦੇ ਖੱਗ ਖੰਡ ਬਿਹੰਡੰ ਖਲ ਦਲ ਖੰਡੰ ਅਤਰਣ ਮੰਡੰ ਬਰਬੰਡੰ ਪੁਜਥੰਡੇ ਖੰਡੰ ਤੇਜ ਪ੍ਰਚੰਡੰ ਜੋਤੀ ਮੰਡੰ ਭਾਰ ਪੜੰ ਸੁਖ ਸੰਤਾਂ ਦੁਰਮਤ ਕਿਲ ਬਿਖ ਅਸ ਸ਼ਰਨ ਜੈ ਜੈ ਜਗ ਕਾਰਨ ਸ੍ਰਿਸ਼ਟੀ ਉਭਰਨ ਮਮ ਪ੍ਰਤ ਪਾਰਨ ਜੈ ਤੇ ਗੰਗ ਜੈ ਤੇ ਗੰਗ। ਗੁਰੂ ਕੇ ਸ਼ਾਸਤਰਾਂ ਦੀ ਹੋ ਰਹੀ ਹੈ ਸੋਭਾ। ਮਹਾਰਾਜ ਜੀ ਆਏ ਮੈਦਾਨੇ ਜੰਗ ਵੱਲ, ਨਾਰੇ ਗੂੰਜ ਰਹੇ ਸੀ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ। ਸਾਹਮਣੇ ਵੇਖਿਆ ਮੁਗਲਾਂ ਦੇ ਮੁੰਡੇ ਨੇ ਆ ਗਿਆ ਹਿੰਦਾ ਪੀਰ ਗੋਬਿੰਦ ਸਿੰਘ। ਜਿਉਂ-ਜਿਉਂ ਮੇਰੇ ਪਾਤਸ਼ਾਹ ਅੱਗੇ ਨੂੰ ਵਧਦੇ ਹੁੰਦੇ, ਝਿਲਮਲ ਝਿਲਮਲ ਕਰਦੀ ਸੁਨਹਿਰੀ ਕਲਗੀ, ਰੇਸ਼ਮੀ ਪੋਸ਼ਾਕ, ਔਰ ਸੱਚੇ ਪਾਤਸ਼ਾਹ ਮਹਾਰਾਜ ਦਾ ਭਖਦਾ ਹੋਇਆ ਚਿਹਰਾ, ਨੀਲੇ ਦੇ ਸ਼ਾਹ ਸਵਾਰ ਮੈਦਾਨੇ ਜੰਗ ਵੱਲੇ ਵਧਦੇ ਮੁਸਕਰਾਉਂਦੇ, ਤੇ ਸਾਹਮਣੇ ਖਲੋਤਾ ਮੁਗਲਾਂ ਦਾ ਮੁੰਡਾ ਇੱਕ ਗਿੱਦੜ ਭਬਕੀ ਮਾਰਨ ਲੱਗਾ। ਸੁਣਿਓ ਜਰਾ, ਮੈਦਾਨੇ ਜੰਗ ਵੱਲੇ ਵਧਦੇ ਆਉਂਦੇ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੀਆਂ ਫੌਜਾਂ ਨੂੰ ਕਹਿੰਦਾ, ਹੁਣ ਵੇਖਿਓ ਮੈਂ ਹਿੰਦੁਸਤਾਨ ਦਾ ਮੰਨਿਆ ਹੋਇਆ ਜਰਨੈਲ ਹਾਂ। ਗੁਰੂ ਗੋਬਿੰਦ ਸਿੰਘ ਮੇਰੇ ਸਾਹਮਣੇ ਆ ਗਿਆ, ਮੈਂ ਕਦੇ ਵੀ ਨਹੀਂ ਛੱਡਾਂਗਾ, ਮੈਦਾਨੇ ਜੰਗ ਵਿੱਚ ਰੋਲ ਕੇ ਰੱਖ ਦਿਆਂਗਾ ਜਰਨੈਲ। ਇਹਨੇ ਉਸ ਵੇਲੇ ਲਾਈ ਆਪਣੇ ਘੋੜੇ ਨੂੰ ਅੱਡੀ, 2 ਚੱਕਰ ਲਗਾਏ, ਮੈਦਾਨੇ ਜੰਗ ਵਿੱਚ ਧੂੜਾਂ ਧਮਾ ਦਿੱਤੀਆਂ, ਸਾਹਮਣੇ ਕਰ ਦਿੱਤਾ ਘੋੜਾ ਖੜਾ, ਤੇ ਇੱਕ ਮਰਦੀ ਜੀ ਜ਼ੁਬਾਨ ਨਾਲ ਕਹਿੰਦਾ, ਗੋਬਿੰਦ ਸਿੰਘ ਮੈਂ ਗੱਲ ਕਰਨੀ ਹੈ। ਜਦੋਂ ਆਖਿਆ ਨਾ ਮੈਂ ਗੱਲ ਕਰਨੀ ਹੈ, ਮੇਰੇ ਪਾਤਸ਼ਾਹ ਦਾ ਹੱਥ ਚਲਿਆ ਗਿਆ ਤਲਵਾਰ ਦੇ ਮੁੱਠੇ ਉੱਤੇ, ਸਰ ਕਰਕੇ ਖਿੱਚੀ ਮਿਆਨ ਵਿੱਚੋਂ ਤਲਵਾਰ। ਮੇਰੇ ਪਾਤਸ਼ਾਹ ਜੀ ਲਲਕਾਰ ਕੇ ਕਹਿੰਦੇ, ਉਹ ਪੈਂਡੇ ਖਾਨ ਜੇ ਗੱਲ ਕਰਨੀ ਸੀ ਤੇ ਅੰਦਰ ਆ ਜਾਨੋ ਦਰਬਾਰ ਵਿੱਚ, ਜੇ ਗੱਲ ਕਰਨੀ ਸੀ ਤਾਂ ਸੰਗਤ ਵਿੱਚ ਆ ਜਾਨੋ, ਸੱਦ ਕੇ ਮੈਦਾਨ ਵਿੱਚ ਤੇ ਕਹਿੰਦਾ ਮੈਂ ਗੱਲ ਕਰਨੀ ਹੈ। ਮਹਾਰਾਜ ਜੀ ਕਹਿੰਦੇ ਇੱਥੇ ਗੱਲਾਂ ਨਹੀਂ ਕਰੀਦੀਆਂ, ਮੈਦਾਨ ਵਿੱਚ ਤੀਰ ਚੱਲਦੇ, ਇੱਥੇ ਤਲਵਾਰਾਂ ਚੱਲਦੀਆਂ, ਇੱਥੇ ਖੰਡੇ ਚੱਲਦੇ। ਹਾਂ ਪੈਂਡੇ ਖਾਨ ਤੇਰੀ ਆਵਾਜ਼ ਵਿੱਚੋਂ ਅੰਦਾਜ਼ਾ ਲਾ ਲਿਆ ਤੂੰ ਕੀ ਕਹਿਣਾ ਚਾਹੁੰਦਾ। ਅਸਲ ਵਿੱਚ ਤੇਰੀ ਆਤਮਾ ਡੋਲ ਗਈ ਹੈ, ਤੂੰ ਕੰਬ ਗਿਆ। ਪਰ ਪੈਂਡੇ ਖਾਨ ਇੱਕ ਗੱਲ ਯਾਦ ਰੱਖੀ, ਗੁਰੂ ਨਾਨਕ ਦੇ ਘਰ ਦਾ ਦਸਤੂਰ ਹੈ, ਜੇ ਤੇ ਕੋਈ ਨੀਵਾਂ ਨਿਮਾਣਾ ਨਤਾਣਾ ਝੁਕ ਕੇ ਆਵੇ ਤੇ ਅਸੀਂ ਨੂੰ ਸਿਰੋਂ ਪਾਉ ਦਿੰਦੇ ਸਤਕਾਰ ਵਜੋਂ, ਤੇ ਜੇ ਕੋਈ ਇਸ ਘਰ ਨੂੰ ਲਲਕਾਰੇ, ਜੇ ਕੋਈ ਇਸ ਘਰ ਨੂੰ ਵੰਗਾਰੇ, ਜੇ ਇਸ ਘਰ ਦੀ ਗੈਰਤ ਉੱਤੇ ਕੋਈ ਸੱਟ ਮਾਰੇ, ਤੇ ਮਹਾਰਾਜ ਜੀ ਕਹਿੰਦੇ ਫਿਰ ਅਸੀਂ ਵੀ ਗਾਟਾ ਲਾ ਕੇ ਆਓ ਮਾਰਦੇ।
ਸ੍ਰੀ ਅਕਾਲ। ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤਿਆਰ ਹੋ ਜਾ ਬਈ, ਇੱਕ ਨਹੀਂ ਦੋ ਨਹੀਂ 3 ਵਾਰ ਪਹਿਲਾਂ ਤੂੰ ਕਰੀ, ਤੇ ਫਿਰ ਜੇ 3 ਵਾਰਾਂ ਵਿੱਚੋਂ ਕੋਈ ਲੱਗ ਗਿਆ ਜਿੱਤ ਹੋਵੇਗੀ ਤੇਰੀ, ਤੇ ਜੇ 3 ਵਾਰ ਚਲੇ ਗਏ ਖਾਲੀ ਪੈਂਡੇ ਖਾਨ ਯਾਦ ਰੱਖੀ ਫਿਰ ਅਸੀਂ ਤੇਰੇ ਤੇ ਕੇਵਲ ਇੱਕੋ ਹੀ ਵਾਰ ਕਰਾਂਗੇ। ਰਣਜੀਤ ਸਿੰਘ ਸੁਣ ਲੈਂਦੇ, ਮਹਾਰਾਜ ਜੀ ਕਹਿੰਦੇ ਜੇ 3 ਵਾਰਾਂ ਚੋਂ ਕੋਈ ਲੱਗ ਗਿਆ ਜਿੱਤ ਹੋਣੀ ਹੈ ਤੇਰੀ, ਜੇ 3 ਵਾਰ ਚਲੇ ਗਏ ਖਾਲੀ ਫਿਰ ਪੈਂਡੇ ਖਾਨ ਅਸੀਂ ਤੇਰੇ ਤੇ ਕੇਵਲ ਇੱਕੋ ਹੀ ਵਾਰ ਕਰਾਂਗੇ, ਇੱਕੋ ਹੀ। ਯਾਦ ਰੱਖੀ ਜੇ ਉਸ ਵਾਰ ਤੋਂ ਵੀ ਤੂੰ ਬਚ ਕੇ ਭੱਜ ਜਾਵੇਂ ਮੈਦਾਨੇ ਜੰਗ ਵਿੱਚੋਂ, ਮਹਾਰਾਜ ਜੀ ਕਹਿੰਦੇ ਛਾਤੀ ਤੇ ਹੱਥ ਮਾਰ ਕੇ ਤਾਂ ਵੀ ਤੇਰੀ ਜਿੱਤ ਦਾ ਐਲਾਨ ਕਰ ਦਿਆਂ, ਤਾਂ ਵੀ ਤੂੰ ਜਿੱਤਿਆ। ਪੈਂਡੇ ਖਾਨ ਨੂੰ ਚਾਹ ਚੜ ਕੇ ਛੇਤੀ ਨਾਲ ਕੱਢ ਕੇ ਚੋਣਵਾ ਤੀਰ ਚਾੜ ਕੇ ਕਮਾਨ ਦੀ ਤੰਗੀ ਉੱਤੇ ਕਰਕੇ ਸਿੱਧਾ ਕਹਿੰਦਾ ਮਹਾਰਾਜ ਜੀ ਮੈਂ ਤੀਰ ਚਲਾਉਣ ਲੱਗਾ, ਹੁਣ ਭੱਜੋਗੇ ਤੇ ਨਹੀਂ, ਹੁਣ ਦੌੜੋਗੇ ਤੇ ਨਹੀਂ। ਤੇ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਪਾਇਆ ਰਕਾਬਾਂ ਉੱਤੇ ਭਾਰ ਹੋ ਕੇ ਘੋੜੇ ਦੀ ਕਾਠੀ ਉੱਤੇ ਸਾਵਧਾਨ। ਮਹਾਰਾਜ ਜੀ ਲਲਕਾਰ ਕੇ ਕਹਿੰਦੇ ਪੈਂਡੇ ਖਾਨ ਤੁਝੇ ਆਜ ਤੱਕ बुज़दिल ही मिलते रहे हैं, आया बहादुर नजर ही नहीं, चाहे कम सन है कम दिल है, इन बातों का जिक्र ही नहीं, और दौड़े जो रण मैदान से वो पिता का बिसर ही नहीं। बिसर ही नहीं। महाराज जी कहते अपने प्यो का पुੱਤ नहीं ਜਿਹੜਾ मैदान ਵਿੱਚੋਂ ਦੌੜ ਕੇ ਪਹਿਲਾ ਤੀਰ ਚਲਾਇਆ ਮਹਾਰਾਜ ਦੇ ਮੱਥੇ ਵਿੱਚ ਮਾਰਨਾ ਚਾਹੁੰਦਾ ਹੈ। ਸੱਚੇ ਪਾਤਸ਼ਾਹ ਨੇ ਥੋੜਾ ਜਿਹਾ ਘੋੜੇ ਦੀਆਂ ਵਾਗਾਂ ਨੂੰ ਖਿੱਚਿਆ, ਰਕਾਬਾਂ ਤੇ ਭਾਰ ਪਾਇਆ, ਉਹ ਨੀਲੇ ਨੇ ਪੇਟ ਲਾਇਆ ਧਰਤੀ ਦੇ ਨਾਲ, ਤੇ ਪਹਿਲਾ ਤੀਰ ਛੂਕ ਦਾ ਮਹਾਰਾਜ ਦੇ ਸੀਸ ਦੇ ਉੱਪਰ ਦੀ ਲੰਘ ਛੇਤੀ ਨਾਲ ਦੂਜਾ ਵਾਰ ਕਰ ਦਿੱਤਾ। ਮਹਾਰਾਜ ਨੇ ਢਾਲੇ ਤੇ ਰੋਕ ਲਿਆ, ਤੀਜਾ ਵਾਰ ਕਰਦਾ ਗੁਰੂ ਦੇ ਕਲੇਜੇ ਦੀ ਸੇਧ ਲੈ ਕੇ ਕਹਿੰਦਾ ਤੀਰ ਮਾਰਾਂ ਦੁੱਸਰ ਕੱਢ ਦਿਆਂ। ਗੁਰੂ ਗੋਬਿੰਦ ਸਿੰਘ ਮੈਦਾਨੇ ਜੰਗ ਵਿੱਚ ਉਲਟ ਕੇ ਡਿੱਗੇਗਾ, ਪਰ ਸੱਚੇ ਪਾਤਸ਼ਾਹ ਮਹਾਰਾਜ ਜਾਣਦੇ ਸੀ ਇਹਦਾ ਤੀਜਾ ਤੀਰ ਬਿਲਕੁਲ ਟਿਕਾਣੇ ਹੀ ਆ ਰਿਹਾ ਹੈ। ਮਹਾਰਾਜ ਆਪ ਕਹਿੰਦੇ ਸੱਚੀ ਮੁੱਚੀ ਹੈ ਹੀ ਬੜਾ ਨਿਸ਼ਾਨੇਬਾਜ਼ ਸੀ, ਹੈ ਵੀ ਬੜਾ ਵੱਡਾ ਜਰਨੈਲ ਸੀ। ਆਇਆ ਤੀਰ ਹੱਥ ਵਿੱਚ ਤਲਵਾਰ ਪਕੜੀ ਹੋਈ ਹੈ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ, ਆਉਂਦੇ ਤੀਰ ਨੂੰ ਲਾਈ ਤਲਵਾਰ ਦੀ ਠੋਕਰ, 2 ਟੋਟੇ ਕਰਕੇ ਧਰਤੀ ਉੱਤੇ ਸੁੱਟ ਦਿੱਤਾ। ਜੋ 3 ਵਾਰ ਚਲੇ ਗਏ ਖਾਲੀ। ਮੁਗਲਾਂ ਦਾ ਮੁੰਡਾ ਕਹਿੰਦਾ ਵੀ ਹੁਣ ਦੌੜ ਜਾਵਾਂ ਜਾਨ ਬਚਾਵਾਂ, ਪਰ ਬਗਾਨੇ ਪੁੱਤ ਕਿੱਥੋਂ ਭੱਜਣ ਦਿੰਦੇ ਮੈਦਾਨੇ ਜੰਗ ਵੱਲੋਂ। ਇਹ ਲੱਗਾ ਜੀ ਨਿਕਲਣ ਮੈਦਾਨ ਵਿੱਚੋਂ, ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਮੁਸਕਰਾਉਂਦਿਆਂ ਹੋਇਆਂ ਚੋਣਵਾ ਤੀਰ ਕੱਢ ਲਿਆ, ਕਮਾਨ ਉੱਤੇ ਚੜ ਲਿਆ, ਕਰ ਲਿਆ ਸਿੱਧਾ। ਲਲਕਾਰ ਕੇ ਕਹਿੰਦੇ ਪੈਂਡੇ ਖਾਨ ਆ ਜੇ ਭਾਜੀ ਘੱਲੀਏ ਤੇ ਨਿਉਂਦਰੇ ਦੀ ਉਡੀਕ ਰੱਖਣੀ ਚਾਹੀਦੀ, ਉਡੀਕ 3 ਵਾਰ ਕੀਤੇ ਆ, ਇੱਕ ਸਾਡਾ ਵੀ ਲੈਂਦਾ ਜਾ। ਲਲਕਾਰ ਕੇ ਵੰਗਾਰ ਕੇ ਮਹਾਰਾਜ ਜੀ ਕਹਿੰਦੇ ਆ ਸਾਰੀ ਉਮਰ ਲੰਘ ਗਈ ਪੈਂਡੇ ਖਾਨ ਤੈਨੂੰ ਵਾਰ ਕਰਨ ਦੀ ਜਾਚ ਨਹੀਂ ਆਈ, ਤੇਰੇ ਉਸਤਾਦ ਨੇ ਤੈਨੂੰ ਦੱਸਿਆ ਹੀ ਨਹੀਂ ਕਿ ਵਾਰ ਕਿਵੇਂ ਕਰੀਦਾ। ਪਹਿਲੇ ਲਲਕਾਰ ਕੇ ਵੰਗਾਰ ਕੇ ਪੈਂਡੇ ਖਾਨ ਨੂੰ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਵਾਰ ਇਉਂ ਨਹੀਂ, ਵਾਰ ਹੈ ਆਹ ਕਰੀਦਾ। ਦਸ਼ਮੇਸ਼ ਨੇ ਹੋ ਵਾਰਨ ਵਾਰੀਆਂ ਤਾਰਨ ਤਾਰੀਆਂ, ਮੈਂ ਬਲਹਾਰੀਆਂ ਸਤਿਗੁਰ ਆਪਣੇ। ਤੀਰ ਤੰਦੀ ਉੱਤੇ 4 ਦਸ਼ਮੇਸ਼ ਨੇ ਤੀਰ
ਵਿੱਚ ਲੱਗਾ ਪੈਣੇ ਖਾਂਦੇ ਉਹ ਖੱਬੇ ਕੰਨ ਵਿੱਚ ਹੋ ਗਿਆ ਪਾਰ ਫੜੀ ਘੋੜੇ ਦੀ ਲਗਾਮ ਤੋਂ ਛੁੱਟ ਗਈ ਘੋੜੇ ਦੀ ਲਗਾਮ ਤੋਂ ਛੁੱਟ ਗਈ ਉਹ ਡਿੱਗਾ ਧਰਤੀ ਤੇ ਆਣ ਮੂੰਹ ਦੇ ਪਾਰ ਸਭੇ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ ਉਹ ਤਾਂ ਆਪਣੇ ਲਹੂ ਵਿਚਕਾਰ ਰਾਜ ਪਾਸਾ ਜਹਾਨ ਯਾਦ ਰੱਖੇਗਾ ਪਾਸਾ ਜਹਾਨ ਯਾਦ ਰੱਖੇਗਾ ਉਹ ਅਸੀਂ ਭੈਣੇ ਘਰ ਮਾਰੀ ਗੁਰਾ ਮਾਰ ਯਾਦ ਰਹਿੰਦੀਆਂ ਸਤਿਗੁਰੂ ਤੇਰੀਆਂ ਹਾਂ ਜੀ ਹਾਂ ਵਾਰਾ ਤੁਰੀਆਂ ਜਾਣ ਹਾਂ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਤੀਰ ਚਲਾਇਆ ਪੈਂਦੇ ਖਾਨ ਦੇ ਸੱਜੇ ਕੰਨ ਵਿੱਚ ਵੱਜਾ ਖੱਬੇ ਕੰਨ ਵਿੱਚ ਦੀ ਛੂਕ ਦਾ ਪਾਰ ਹੋ ਗਿਆ ਉਲਟ ਕੇ ਡਿੱਗਾ ਮੁਗਲਾਂ ਦਾ ਮੁੰਡਾ ਧਰਤੀ ਉੱਤੇ ਤੇ ਜਿੱਤ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਹੋ ਗਈ ਗੱਜ ਕੇ ਆਖੋ ਸਤਨਾਮ ਹੌਲੀ ਜੀ ਨੇ ਗੱਜ ਕੇ ਚੜ੍ਹਦੀ ਕਲਾ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਇਸ ਤਰ੍ਹਾਂ ਗੱਲ ਬਣਦੀ ਹੈ ਇਹਦੇ ਕੰਨ ਵਿੱਚ ਤੀਰ ਕਿਉਂ ਮਾਰਿਆ ਸਾਰਾ ਸਰੀਰ ਲੋਹੇ ਵਿੱਚ ਮੜਿਆ ਹੋਇਆ ਸੀ ਸਿਰ ਤੇ ਲੋਹੇ ਦੀ ਟੋਪੀ ਪਾਈ ਹੋਈ ਹੈ ਹੰਕਾਰ ਵਿੱਚ ਕਹਿੰਦਾ ਮੈਨੂੰ ਤੀਰ ਕੀ ਆਖੂ ਮੈਨੂੰ ਤਲਵਾਰ ਕੀ ਕਰੇਗੀ ਪਰ ਮਹਾਰਾਜ ਨੇ ਦੇ ਕੰਨ ਵਿੱਚ ਤੀਰ ਮਾਰ ਕੇ ਸਾਬਤ ਕਰ ਦਿੱਤਾ ਉਹ ਪੈਂਦੇ ਖਾਨ ਜਿਨ੍ਹਾਂ ਨੂੰ ਜੰਗ ਦੀ ਵਿਦਿਆ ਆਉਂਦੀ ਹੈ ਜਿਨ੍ਹਾਂ ਨੂੰ ਸ਼ਸਤਰ ਚਲਾਉਣੇ ਆਉਂਦੇ ਆ ਉਹ ਕੱਲੇ ਤੀਰ ਪੇਟ ਜਾਂ ਛਾਤੀ 'ਚ ਨਹੀਂ ਮਾਰਦੇ ਉਹ ਕੰਨਾਂ ਵਿੱਚ ਦੀ ਵੀ ਕੱਢ ਦਿੰਦੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਿੱਤ ਗੁਰੂ ਗੋਬਿੰਦ ਸਿੰਘ ਜੀ ਦੀ ਹੋਈ ਵਾਹਿਗੁਰੂ ਕਿਰਪਾ ਕਰਨ ਕਦੇ ਫੇਰ ਸਮਾਂ ਬਣਿਆ ਤੁਹਾਡੇ ਰੂਬਰੂ ਕਹਿਣ ਦਾ ਕੋਈ ਯਤਨ ਕਰਾਂਗੇ ਘੜੀ ਜਿਹੜੀ ਹੈ ਉਹਦੀਆਂ ਸੂਈਆਂ ਆਪਣੀ ਮੰਜ਼ਿਲ ਤੈਅ ਕਰਕੇ ਸਗੋਂ ਅੱਗੇ ਨੂੰ ਤੁਰੀਆਂ ਵਾਹਿਗੁਰੂ ਕਿਰਪਾ ਕਰਨ ਮੈਂ ਸਾਰੀ ਸੰਗਤ ਕੋਲੋਂ ਖਿਮਾ ਚਾਹੁੰਦਾ ਗੁਰਦੁਆਰਾ ਗਾਲਬ ਖੇੜੀ ਤੋਂ ਗ੍ਰੰਥੀ ਸਿੰਘ ਆਏ ਸਾਰੀ ਸੰਗਤ ਆਈ ਹੈ ਬਹੁਤ ਸਾਰਾ ਮਾਣ ਭੇਜਿਆ ਜਿਨ੍ਹਾਂ ਸਾਨੂੰ ਯਾਦ ਵੀ ਕੀਤਾ ਸੀ ਉਹਨਾਂ ਦਾ ਵੀ ਧੰਨਵਾਦ ਪੂਰੇ ਇਲਾਕੇ ਤੋਂ ਸੰਗਤ ਆਈ ਹੈ ਸਾਰਿਆਂ ਨਗਰਾਂ ਨੂੰ ਜੀਓ ਆਇਆ ਸਤਿਕਾਰਯੋਗ ਬਾਬਾ ਬਚਨ ਸਿੰਘ ਸਾਹਿਬ ਜੀ ਸਤਿਕਾਰਯੋਗ ਬਾਬਾ ਮਹਿੰਦਰ ਸਿੰਘ ਸਾਹਿਬ ਜੀ ਬਾਬਾ ਜੋਗਾ ਸਿੰਘ ਸਾਹਿਬ ਜੀ ਸਾਰਿਆਂ ਦਾ ਧੰਨਵਾਦ ਸਟੇਜ ਉੱਤੇ ਪਹੁੰਚੇ ਸਾਰੀਆਂ ਸ਼ਖਸੀਅਤਾਂ ਇਲਾਕੇ ਤੋਂ ਮੋਹਤਬਰ ਸੱਜਣ ਤੇ ਸੰਤ ਮਹਾਂਪੁਰਖ ਸਾਰਿਆਂ ਦਾ ਧੰਨਵਾਦ ਕਰਦੇ ਆ ਜੀਓ ਆਇਆ ਕਹਿੰਦੇ ਹਾਂ ਵਾਹਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਤੁਸੀਂ ਇਸੇ ਤਰ੍ਹਾਂ ਆਬਾਦ ਰਹੋ ਚੜ੍ਹਦੀ ਕਲਾ ਵਿੱਚ ਰਹੋ ਔਰ ਇੱਥੇ ਸਿੱਖੀ ਦੇ ਝੰਡੇ ਗੱਡ ਕੇ ਰੱਖੋ ਇਹ ਅਰਦਾਸ ਹੈ ਸਾਊਂਡ ਵਾਲੇ ਵੀਰ ਦਾ ਵੀ ਧੰਨਵਾਦ ਹੈ ਵਾਹਿਗੁਰੂ ਕਿਰਪਾ ਕਰਨ ਮਨੂ ਪ੍ਰੋਡਕਸ਼ਨ ਵਾਲਿਆਂ ਦਾ ਵੀ ਧੰਨਵਾਦ ਹੈ ਉਹਨਾਂ ਨੇ ਸਾਰਾ ਪ੍ਰੋਗਰਾਮ ਲਾਈਵ ਕੀਤਾ ਵਿਖਾਇਆ ਵਾਹਿਗੁਰੂ ਕਿਰਪਾ ਕਰਨ ਸਕੱਤਰ ਸਾਹਿਬ ਜੀ ਦਾ ਧੰਨਵਾਦ ਜਿਹੜੇ ਆਪ ਬੜੇ ਸੁਲਝੇ ਆ ਜਿਹੜੇ ਆਪ ਬੜੇ ਸਿਆਣੇ ਆ ਬਾਬਾ ਜੀ ਉਹਨੇ ਮਠਿਆਈਆਂ ਦੇ ਡੱਬੇ ਦੇਤੇ ਜਾਪਦੇ ਵੀ ਰਾਜ ਛਕਦੇ ਜਾਇਓ ਅੰਮ੍ਰਿਤਸਰ ਤੱਕ ਕਿਸੇ ਗੱਲ ਦੀ ਤੋਟ ਨਹੀਂ ਮਹਾਰਾਜ ਦੀ ਕਿਰਪਾ ਇੱਥੇ ਜਲੇਬ ਇੱਥੇ ਪਕੌੜੇ ਇੱਥੇ ਗੁਰੂ ਕੇ ਲੰਗਰ ਪਰ ਮੈਂ ਨਹੀਂ ਛਕ ਸਕਦਾ ਮੇਰੀ ਅਰਦਾਸ ਕਰੋ ਬਾਬਾ ਜੀ ਨੂੰ ਵੀ ਮਹਾਂਪੁਰਖਾਂ ਸਾਰਿਆਂ ਨੂੰ ਬੇਨਤੀ ਕਰੂੰਗਾ ਸੰਗਤ ਨੂੰ ਵੀ ਬੇਨਤੀ ਕਰੂੰਗਾ ਵੀ ਮੈਂ ਮੁੜ ਕੇ ਫੇਰ ਜਲੇਬ ਖਾਣ ਲੱਗ ਜਾਵਾਂ ਇਹ ਤੁਸੀਂ ਅਰਦਾਸ ਕਰੋ ਤੁਸੀਂ ਸਮਝ ਤੇ ਗਏ ਹੀ ਹੋ ਹੁਣ ਸਾਰੇ ਹੀ ਛੱਡਦੇ ਜਾਂਦੇ ਆ ਤਾਂ ਉਹਨਾਂ 'ਚ ਮੈਂ ਵੀ ਸ਼ਾਮਲ ਹੋ ਗਿਆ ਹੁਣ ਮੇਰੀ ਤੰਦਰੁਸਤੀ ਲਈ ਅਰਦਾਸ ਕਰਿਓ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਤੁਹਾਡੇ ਦਰ ਘਰ ਦੇ ਢਾਡੀ ਬਣ ਕੇ ਸੇਵਾ ਕਰਦੇ ਰਹੀਏ ਇੱਕ ਜਕਾਰਾ ਮੇਰੇ ਹੱਕ 'ਚ ਤੁਸੀਂ ਚੜ੍ਹਦੀ ਕਲਾ ਦਾ ਲਾ ਦਿਓ ਜਕਾਰਾ ਅਸੀਂ ਆਪੇ ਹੀ ਛੱਡ ਲੈਣੇ ਰਣਜੀਤ ਸਿੰਘ ਆਪ ਹੀ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਕਰਨ ਕਿਰਪਾ ਤੁਹਾਡੀ ਕੀਤੀ ਅਰਦਾਸ ਪ੍ਰਵਾਨ ਹੋ ਜਾਵੇ ਤੰਦਰੁਸਤੀ ਮਿਲ ਜਾਏ ਤੁਹਾਡੀ ਸੇਵਾ ਵਿੱਚ ਜੁੜੇ ਰਹੀਏ ਅਗਲਾ ਪ੍ਰੋਗਰਾਮ ਸੈਕਟਰੀ ਸਾਹਿਬ ਜੀ ਤੁਹਾਡੇ ਨਾਲ ਸਾਂਝਾ ਕਰਨਗੇ ਅਤੀ ਸਤਿਕਾਰਯੋਗ ਨੇ ਔਰ ਤੁਹਾਡੇ ਨਵਾਜੇ ਤੇ ਸਾਜੇ ਹੋਏ ਨੇ ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਕੁਝ ਕਹਿਣ ਵਾਸਤੇ ਬਲ ਬਖਸ਼ਿਆ ਸਾਡੀ ਸੇਵਾ ਜੇ ਤੁਹਾਡੇ ਚਰਨਾਂ 'ਚ ਪ੍ਰਮਾਨ ਹੋਈ ਹੈ ਤੇ ਫਿਰ ਫਤਿਹ ਗੱਜ ਕੇ ਬੁਲਾਓ ਵਾਹਿਗੁਰੂ ਜੀ ਕੀ ਫਤਿਹ